प्रभु के वचन दे विच आइए। असीं कल दाऊद दे एक ऐसी मक्कारी दे बारे देखा जिसके बारे वो जानता नहीं सी कि वो इन्नी मक्कारी भी उसके अंदर छुपी हो सकती। पाप तो बगैर कोई है नहीं सिवाय यसु तो। पाप कदी छुपदा नहीं, पाप नूं असीं छुपा नहीं सकते। पाप जिसले अपने फुल रंग दे उत्ते आउंदा, जिसले वो फन दा टाइम निकल जांदा, उस तो बाद दा जिहड़ा समा हुंदा सिवाय तबाही तो होर कुछ नहीं लैके आउंदा। पर मुआफी दे विच बहुत ताकत, जिहड़ी प्रभु दी हजूरी दे विच चले जाना और उहदी हजूरी दे विच अपने आप नूं छुपा लेना, ਉਹਦੇ ਵਰਗੀ ਵੱਡੀ चीज कोई। और एक चीज मैं इत्थे ये कहूँगा, अपने आप नूं धोखा नहीं देना। 4 अखर कह के माफी नहीं मिलती। अंतकरण नूं ਉਹਦੀ हजूरी दे विच सुकना पैंदा, ਸਰਰੈਂਡਰ करना पैंदा। फिर प्रभु उत्थों चुक लैंदा। दाऊद ने टब्बरां दे टब्बर तबाह कर दिते अपने एक पाप दे नाल। असीं देखिया यराया दा कतल होया, ਉਹਦੇ ਨਾਲ ਜਿਹੜੇ ਬਹਾਦਰ ਸੀ ਉਹ ਸੈਂਕੜਿਆਂ ਦੇ ਉੱਤੇ ਸਰਦਾਰ ਸੀ, ਉਹਦੇ ਵਿੱਚੋਂ ਬਹੁਤ ਸਾਰੇ ਆਫੀਸਰ ਮਾਰੇ ਗਏ, ਉਹਨਾਂ ਦੀਆਂ ਪਤਨੀਆਂ ਵਿਧਵਾ ਹੋ ਗਈਆਂ, ਉਹਨਾਂ ਦੇ ਬੱਚੇ ਅਨਾਥ ਹੋ ਗਏ। और दाऊद ਨੂੰ कुछ नहीं समझ आती भी उन्हें कुछ नहीं पता, उसके दिमाग च सिर्फ एक गल बन गई। दाऊद ने वफादारी का कतल किया। दाऊद ने प्रभु का दिल तोड़िया। उसने प्रभु का दिल तोड़िया। वचन च लिखा ना कि पवित्र आत्मा नूं ना खुश ना करो। पवित्र आत्मा का दिल ना तोड़ो। ये काम दाऊद ने किया। इस तरह पवित्र आत्मा का दिल टुटदा। असीं इन्हां चीज़ां नूं खास करके अजकल की मॉडर्न चर्च दे विच तां असीं भुल ही गए कि रास्तबाजी हुंदी है। असीं ये कहने हैं, बेशक प्रभु के वचन दे विच लिखिया कि सारे बोलियां नहीं बोलणगे, सारे प्रचार नहीं करनगे, सारियां दे कोल हीलिंग दा गिफ्ट नहीं होएगा। और वो सारा 5% मैं तुहाडे नाल कल भी शेयर किया सी, सिर्फ 5% वो चीज़ां जिन्हां ते असीं बहुत जोर दिंदे हां, लेकिन ਉਹਦੇ ਨਾਲ ही साडे टोटे टोटे होए पए। जरा सोच के देखो, प्रभु दीयां चीज़ां दे नाल असीं इस तरह करके
ਪ੍ਰਭੂ ਦੇ ਬਦਨ ਨੂੰ ਵੰਡਦੇ ਪਏ ਹਾਂ ਤੇ ਪ੍ਰਭੂ ਦਾ ਦਿਲ ਕਿੰਨਾ ਟੁੱਟਦਾ ਹੋਵੇਗਾ। ਦਾਊਦ ਜਿਹੜਾ ਸਾਰੀ ਦੁਨੀਆ ਨੂੰ ਬੁਰਾ ਕਹਿੰਦਾ ਹੁੰਦਾ ਸੀ, ਜਿਹੜਾ ਪ੍ਰਭੂ ਨੂੰ ਕਹਿੰਦਾ ਹੁੰਦਾ ਸੀ ਮੈਨੂੰ ਦੇਖ, ਮੇਰਾ ਹਿਸਾਬ ਕਰ, ਤੂੰ ਮੇਰੀ ਜਾਂਚ ਕਰ, ਤੈਨੂੰ ਮੇਰੇ ਚ ਕੋਈ ਬੁਰਾਈ ਨਹੀਂ ਲੱਗੇਗੀ। ਅੱਜ ਉਸ ਦਾਊਦ ਨੇ ਦੇਖੋ ਕੀ ਕੀਤਾ। ਪ੍ਰਭੂ ਦਾ ਇੱਕ ਹੋਰ ਵੀ ਸ਼ੁਕਰ, ਕਿਸੇ ਦਾ ਪਾਪ ਨਹੀਂ ਇਹ ਚ ਲੁਕੋਇਆ ਗਿਆ, ਕਿਸੇ ਦਾ। ਨਾ ਅਬਰਾਹਮ ਦਾ ਪਾਪ ਲੁਕੋਇਆ ਗਿਆ, ਨਾ ਨੋਹਾ ਦਾ ਪਾਪ ਲੁਕੋਇਆ ਗਿਆ, ਨਾ ਆਦਮ ਦਾ ਪਾਪ ਲੁਕੋਇਆ ਗਿਆ, ਕਿਸੇ ਦਾ ਵੀ ਪਾਪ ਨਹੀਂ ਲੁਕੋਇਆ ਗਿਆ, ਤਾਂ ਕਿ ਅਸੀਂ ਕਿਸੇ ਨੂੰ ਪੂਜਣ ਨਾ ਲੱਗ ਪਈਏ। ਔਰ ਜਿਹੜੀ ਸਭ ਤੋਂ ਮੇਨ ਚੀਜ਼ ਇਹ ਹੈ ਕਿ ਅਸੀਂ ਅੱਜ ਬੇਸਿਕਲੀ ਪਾਸਵਾਨਾਂ ਦੀ ਪੂਜਾ ਸ਼ੁਰੂ ਕਰ ਲਈ। ਜਿੱਥੇ ਦੇਖੋ ਹੱਥ ਰੱਖਣ ਵਾਲੇ ਤੁਰੇ ਫਿਰਦੇ ਆ। ਕੀ ਅਸੀਂ ਆਪਣੇ ਆਪ ਦਾ ਬਣਾ ਲਿਆ। Is this Christianity? ਇਹ ਕੰਮ ਤਾਂ ਅਸੀਂ ਪਿੱਛੇ ਕਰਦੇ ਹੁੰਦੇ ਸੀ। ਉਹਨਾਂ ਕੰਮਾਂ ਨੂੰ ਅਸੀਂ ਮਾੜਾ ਜਿਹਾ ਉੱਥੇ ਉਹ ਬਾਬਿਆਂ ਦੇ ਨਾਂ ਤੇ ਕਰਦੇ ਹੁੰਦੇ ਸੀ, ਇੱਥੇ ਮਸੀਹ ਦੇ ਨਾਂ ਵਿੱਚ ਫਸਾ ਲਿਆ। ਅਸੀਂ ਉਹੀ ਕੰਮ ਕਰੀ ਜਾਂਦੇ। Give your head a shake. ਪ੍ਰਭੂ ਨੂੰ ਪੁੱਛੋ, ਜਿਸੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਈ ਚੀਜ਼ ਹੋ ਰਹੀ ਹੈ, ਚਰਚ ਦੇ ਵਿੱਚ ਜਾਂ ਕਿਤੇ ਵੀ ਹੋ ਰਹੀ, ਪ੍ਰਭੂ ਤੇਰੇ ਵੱਲੋਂ is it you? ਮੇਰੇ ਨਾਲ ਆਓ, ਦਾਊਦ ਨੇ ਸਾਨੂੰ ਹੁਣ ਇੱਕ ਬਹੁਤ ਸੋਹਣਾ ਲੈਸਨ ਦੇਣਾ। ਅਗਰ ਇਹ ਸਾਰੀ ਚੀਜ਼ ਦੇ ਵਿੱਚ ਇੱਕ ਦਾਊਦ ਨੇ ਸਾਨੂੰ ਲੈਸਨ ਦਿੱਤਾ ਨਾ, ਉਹਦੀ ਜ਼ਿੰਦਗੀ ਚ ਅਗਰ ਕੋਈ ਅਸੀਂ ਇੱਕ ਚੀਜ਼ ਸਿੱਖ ਸਕਦੇ ਹਾਂ ਤਾਂ ਅਗਲੇ ਚੈਪਟਰ ਚੋਂ ਸਿੱਖ ਸਕਦੇ ਹਾਂ, ਜਿਹੜਾ ਚੈਪਟਰ ਹੁਣ ਅਸੀਂ ਪੜ੍ਹਨ ਜਾ ਰਹੇ ਹਾਂ। ਬੈਸਟ ਚੈਪਟਰ, ਦਾਊਦ ਦੀ ਜ਼ਿੰਦਗੀ ਦਾ ਸਭ ਤੋਂ ਬੈਸਟ ਚੈਪਟਰ ਇਹ ਹੈ। ਨਾ ਪੜ੍ਹਨ ਨੂੰ ਚੰਗਾ ਲੱਗਦਾ, ਨਾ ਦੇਖਣ ਨੂੰ ਚੰਗਾ ਲੱਗਦਾ, ਨਾ ਇਹ ਸੁਣਨ ਨੂੰ ਚੰਗਾ ਲੱਗਦਾ, ਦਿਲ ਨੂੰ ਖਾਂਦਾ ਹੈ। ਪਰ ਦਾਊਦ ਨੇ ਜਿਹੜਾ ਐਕਸ਼ਨ ਲੈਣਾ, that's the best. That is the best. मेरे नाल दूसरा सैमुअल, उसके बाद में पाप दे विच मैं पढ़दे हां पास्टर जी। हाँ जी, तुसीं जी एदियां पहलियां 13 आयतां। ਸਾਰਿਆਂ ਨੂੰ ਜੈ ਮਸੀਹ ਦੀ। ਪਹਿਲਾਂ ਸਫਾ ਹੈਗਾ 461, ਨਥਾਨ ਨਬੀ ਦਾ ਸੰਦੇਸ਼ ਅਤੇ ਦਾਊਦ ਦਾ ਪਛਤਾਵਾ। ਤਦ ਪ੍ਰਭੂ ਨੇ ਦਾਊਦ ਕੋਲ ਨਥਾਨ ਨਬੀ ਨੂੰ ਘੱਲਿਆ ਅਤੇ ਉਸਨੇ ਦਾਊਦ ਨੂੰ ਆ ਕੇ ਕਿਹਾ, ਇੱਕ ਨਗਰ ਵਿੱਚ 2 ਆਦਮੀ ਰਹਿੰਦੇ ਸਨ, ਇੱਕ ਅਮੀਰ ਅਤੇ ਦੂਜਾ ਗਰੀਬ ਸੀ। ਅਮੀਰ ਆਦਮੀ ਦੇ ਬਹੁਤ ਸਾਰੇ ਪਸ਼ੂ ਅਤੇ ਭੇਡਾਂ ਬੱਕਰੀਆਂ ਸਨ, ਪਰ ਗਰੀਬ ਆਦਮੀ ਕੋਲ ਕੇਵਲ ਇੱਕ ਛੋਟਾ ਲੇਲਾ ਹੀ ਸੀ ਜੋ ਉਸਨੇ ਮੁੱਲ ਦੇ ਕੇ ਖਰੀਦਿਆ ਸੀ। ਉਹ ਉਸ ਛੋਟੇ ਲੇਲੇ ਦੀ ਪੂਰੀ ਤਰ੍ਹਾਂ ਨਾਲ ਦੇਖਭਾਲ ਕਰਦਾ ਸੀ ਅਤੇ ਉਹ ਉਸਦੇ ਬੱਚਿਆਂ ਨਾਲ ਵਧਿਆ ਫੁੱਲਿਆ ਸੀ। ਗਰੀਬ ਆਦਮੀ ਉਸ ਲੇਲੇ ਨੂੰ ਆਪਣੇ ਭੋਜਨ ਵਿੱਚੋਂ ਖਾਣ ਲਈ ਦਿੰਦਾ ਅਤੇ ਕਈ ਵਾਰ ਉਸਦੇ ਕਟੋਰੇ ਵਿੱਚੋਂ ਪੀਂਦਾ ਸੀ। ਉਹ ਲੇਲਾ ਉਸ ਦੀ ਗੋਦ ਵਿੱਚ ਬੈਠਦਾ ਸੀ ਅਤੇ ਉਹ ਉਸ ਦੀ ਆਪਣੀ ਸੰਤਾਨ ਵਾਂਗ ਸੀ। ਪਰ ਇੱਕ ਦਿਨ ਅਮੀਰ ਆਦਮੀ ਦੇ ਘਰ ਪ੍ਰਾਹੁਣਾ ਆ ਗਿਆ ਤਾਂ ਉਸਨੇ ਉਸ ਪ੍ਰਾਹੁਣੇ ਲਈ ਆਪਣੇ ਕਿਸੇ ਜਾਨਵਰ ਨੂੰ ਕੱਟ ਕੇ ਨਾ ਪਕਾਉਣਾ ਚਾਹਿਆ, ਸਗੋਂ ਉਸ ਗਰੀਬ ਆਦਮੀ ਦੇ ਲੇਲੇ ਨੂੰ ਲੈ ਕੇ ਆਪਣੇ ਪ੍ਰਾਹੁਣੇ ਲਈ ਪਕਾਇਆ। ਦਾਊਦ ਨੂੰ ਇਸ ਘਟਨਾ ਬਾਰੇ ਸੁਣ ਕੇ ਬਹੁਤ ਗੁੱਸਾ ਆਇਆ।
ਉਸਨੇ ਕਿਹਾ, ਜਿਉਂਦੇ ਪ੍ਰਭੂ ਦੀ ਸਹੁੰ, ਜਿਸ ਆਦਮੀ ਨੇ ਵੀ ਇਹ ਅਪਰਾਧ ਕੀਤਾ ਹੈ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਸ ਅਪਰਾਧ ਦੇ ਬਦਲੇ ਉਸ ਨੂੰ ਜਿੰਨਾ ਉਸਨੇ ਲਿਆ ਉਸ ਦਾ 4 ਗੁਣਾ ਦੇਣਾ ਪਵੇਗਾ। ਨਥਾਨ ਨਬੀ ਨੇ ਦਾਊਦ ਨੂੰ ਉੱਤਰ ਦਿੱਤਾ, ਇਹ ਆਦਮੀ ਦੂਜਾ ਕੋਈ ਨਹੀਂ ਹੈ, ਸਗੋਂ ਤੂੰ ਆਪ ਹੈ। ਹੁਣ ਇਸਰਾਇਲ ਦਾ ਪ੍ਰਭੂ ਨੇ ਤੇਰੇ ਬਾਰੇ ਕਿਹਾ, ਮੈਂ ਤੈਨੂੰ ਇਸਰਾਇਲ ਦਾ ਰਾਜਾ ਬਣਾਇਆ ਅਤੇ ਤੇਰਾ ਬਚਾਅ ਸ਼ਾਉਲ ਤੋਂ ਕੀਤਾ। ਮੈਂ ਤੈਨੂੰ ਉਸ ਦਾ ਰਾਜ ਅਤੇ ਪਤਨੀਆਂ ਦਿੱਤੀਆਂ। ਮੈਂ ਤੈਨੂੰ ਇਸਰਾਇਲ ਅਤੇ ਯਹੂਦਾ ਦਾ ਰਾਜਾ ਬਣਾਇਆ। ਜੇਕਰ ਤੇਰੇ ਲਈ ਇਹ ਸਭ ਕੁਝ ਬਹੁਤ ਨਹੀਂ ਸੀ ਤਾਂ ਮੈਂ ਤੈਨੂੰ ਹੋਰ ਦੇ ਸਕਦਾ ਸਾਂ। ਫਿਰ ਤੂੰ ਮੇਰੇ ਵਚਨ ਨੂੰ ਕਿਉਂ ਨਾ ਮੰਨਿਆ? ਤੂੰ ਕਿਉਂ ਮੇਰੇ ਸਾਹਮਣੇ ਇਹ ਅਪਰਾਧ ਕੀਤਾ? ਤੂੰ ਹਿੱਤੀ ਉਰੀਆ ਨੂੰ ਆਪ ਅਮੋਨੀਆ ਕੋਲੋਂ ਮਰਵਾਇਆ ਅਤੇ ਉਸ ਦੀ ਪਤਨੀ ਨੂੰ ਆਪਣੇ ਕੋਲ ਰੱਖਿਆ ਹੈ। ਸੋ ਹੁਣ ਤੇਰੇ ਟੱਬਰ ਵਿੱਚੋਂ ਤਲਵਾਰ ਕਦੀ ਮੂੰਹ ਨਹੀਂ ਮੋੜੇਗੀ, ਕਿਉਂਕਿ ਤੂੰ ਮੇਰੀ ਆਗਿਆ ਤੋੜ ਕੇ ਉਰੀਆ ਦੀ ਪਤਨੀ ਨਾਲ ਵਿਆਹ ਕੀਤਾ ਹੈ। ਤੇਰੇ ਇਸੇ ਅਪਰਾਧ ਦੇ ਕਾਰਨ ਹੁਣ ਮੈਂ ਤੇਰੀ ਆਪਣੀ ਸੰਤਾਨ ਵਿੱਚੋਂ ਇੱਕ ਨੂੰ ਤੇਰੇ ਵਿਰੁੱਧ ਖੜਾ ਕਰਾਂਗਾ। ਮੈਂ ਤੇਰੀਆਂ ਪਤਨੀਆਂ ਖੋਹ ਕੇ ਦੂਜਿਆਂ ਨੂੰ ਦੇਵਾਂਗਾ ਅਤੇ ਉਹ ਖੁੱਲ੍ਹੇਆਮ ਉਹਨਾਂ ਨਾਲ ਸੰਗ ਕਰਨਗੇ। ਤੂੰ ਤਾਂ ਇਹ ਅਪਰਾਧ ਗੁਪਤ ਰੂਪ ਵਿੱਚ ਕੀਤਾ ਹੈ, ਪਰ ਮੈਂ ਇਹ ਸਭ ਕੁਝ ਖੁੱਲ੍ਹੇਆਮ ਸੂਰਜ ਚੜ੍ਹੇ ਸਭ ਦੇ ਸਾਹਮਣੇ ਤੇਰੇ ਨਾਲ ਹੋਣ ਦੇਵਾਂਗਾ। ਦਾਊਦ ਨੇ ਕਿਹਾ, ਮੈਂ ਸੱਚਮੁੱਚ ਪ੍ਰਭੂ ਦੇ ਵਿਰੁੱਧ ਪਾਪ ਕੀਤਾ ਹੈ। ਨਥਾਨ ਨਬੀ ਨੇ ਇੱਥੇ ਤੱਕ ਠੀਕ। ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ ਹਾਂ ਕਿ ਕਿਸ ਤਰ੍ਹਾਂ ਹੁਣ ਜਿੱਦਾਂ ਅਸੀਂ ਕੱਲ ਦੇਖਿਆ ਸੀਗਾ ਕਿ ਜਿਸਲੇ ਪਾਪ ਦੀ ਬੇਲ ਚੜ੍ਹਦੀ ਆ ਔਰ ਵੱਧਦੀ ਆ ਤਾਂ ਫਿਰ ਉਹ ਸਾਰੀਆਂ ਅੰਦਰ ਦੀਆਂ ਕੰਨ, ਅੱਖਾਂ ਸਭ ਕੁਝ ਬੰਦ ਕਰ ਦਿੰਦੀ ਹੈ। ਬੰਦੇ ਕੋਲ ਬਹੁਤ ਜ਼ਿਆਦਾ ਝੂਠੀ ਰਾਸਤਬਾਜ਼ੀ ਹੁੰਦੀ ਹੈ, ਫਾਲਸ ਰਾਈਚਸਨੈਸ ਹੁੰਦੀ ਹੈ, ਦਿਖਾਵੇ ਦੀ ਰਾਸਤਬਾਜ਼ੀ ਹੁੰਦੀ ਹੈ। ਅਸਲ ਦੇ ਵਿੱਚ ਉਹ ਰਾਸਤਬਾਜ਼ ਹੁੰਦਾ ਨਹੀਂ। ਉਹਦਾ ਅੰਦਰ ਜਿਹੜਾ ਆ ਉਹ ਪਾਪ ਨੇ ਐਨ ਲੁਕੋਇਆ ਹੁੰਦਾ, ਟੱਕਿਆ ਹੁੰਦਾ ਉਹਨੂੰ। ਉਹ ਸੋਚਦਾ ਕਿ ਮੇਰੇ ਪਾਪ ਨੂੰ ਕੋਈ ਨਹੀਂ ਦੇਖਦਾ। ਸੋ ਪ੍ਰਭੂ ਨੇ ਜਿਸ ਤਰੀਕੇ ਦੇ ਨਾਲ ਗੱਲ ਘੱਲੀ ਸੀ ਉਹਦੇ ਕੋਲ, ਉਹਨੂੰ ਸਮਝ ਜਾਣਾ ਚਾਹੀਦਾ ਸੀ ਕਿ ਪ੍ਰਭੂ ਕੀ ਕਹਿ ਰਿਹਾ। ਇਹ ਪ੍ਰਭੂ ਦੀ ਆਵਾਜ਼ ਹੈ। ਔਰ ਦੂਸਰਾ, ਸੈਮੂਅਲ ਦੀ ਜਗ੍ਹਾ ਤੇ ਨਥਾਨ ਨਬੀ ਨੂੰ ਇਹ ਗੱਲ ਆ ਕੇ ਕਹਿਣ ਦੀ ਕੀ ਲੋੜ ਸੀ? ਨਬੀ ਤਾਂ ਕਿਸੇ ਹੋਰ ਨੂੰ ਘੱਲ ਵੀ ਸਕਦਾ ਸੀਗਾ ਵੀ ਦਾਊਦ ਇੱਥੇ ਬਹੁਤ ਮੈਂ ਇੱਕ ਚੀਜ਼ ਦੇਖੀ ਹੈ, ਮੈਨੂੰ ਬਹੁਤ ਬੁਰੀ ਲੱਗੀ। ਔਰ ਜੇ ਨਥਾਨ ਜਾ ਕੇ ਉਹਨੂੰ ਆਪ ਵੀ ਉਸ ਬੰਦੇ ਨੂੰ ਕਹਿ ਦਿੰਦਾ ਕਿ ਤੂੰ ਏਦਾਂ ਨਹੀਂ ਕਰ ਸਕਦਾ, ਤਾਂ ਉਹਨੇ ਨਹੀਂ ਕਰਨਾ ਸੀ। ਉਹਨੇ ਨਥਾਨ ਹੀ ਉਥੋਂ ਉਹਦਾ ਫੈਸਲਾ ਕਰ ਸਕਦਾ ਸੀ। ਦਾਊਦ ਇੰਨਾ ਕੁ ਮਾਮਲਾ ਦਾਊਦ ਕੋਲ ਲਿਆਉਣ ਵਾਲਾ ਸੀ, ਪਰ ਦਾਊਦ ਦੇ ਹੁਣ ਕੁਛ ਨਹੀਂ ਪੱਲੇ ਪੈਂਦਾ। ਉਹਨੂੰ ਸਮਝ ਹੀ ਨਹੀਂ ਆਉਂਦੀ, ਕਿਉਂਕਿ ਉਹਨੇ ਯੂਰਾਇਆ ਨੂੰ ਮਰਵਾਤਾ। ਉਹਦੀ ਪਤਨੀ ਨੂੰ ਆਪਣੀ ਪਤਨੀ ਬਣਾ ਲਿਆ। ਲੋਕਾਂ ਦੇ ਵਿੱਚ ਵਾਹ ਹੋਈ ਹੋਆ ਕਿ ਦੇਖੋ ਜੀ ਦਾਊਦ ਨੇ ਮਿੱਤਰ ਹੋਣ ਦਾ ਫਰਜ਼ ਨਿਭਾਇਆ, ਉਹਦੀ ਪਤਨੀ ਨੂੰ ਰੋਲਣ ਨਹੀਂ ਦਿੱਤਾ। ਔਰ ਇਹ ਸਭ ਝੂਠ, ਮਕਰ, ਮੱਕਾਰੀ ਹੈ। ਔਰ ਪ੍ਰਭੂ ਮੱਕਾਰੀ ਨੂੰ ਬਹੁਤ ਨਫ਼ਰਤ ਕਰਦਾ, ਬਹੁਤ ਨਫ਼ਰਤ ਕਰਦਾ, ਚਾਹੇ ਕੋਈ ਹੋਵੇ। ਪ੍ਰਭੂ ਦੇ ਵਚਨ ਚ ਜਿਸ ਲਈ ਅਸੀਂ ਹੁਣ ਇੱਥੇ ਆਉਣੇ ਆ ਤਾਂ ਬੜੇ ਧਿਆਨ ਦੇ ਨਾਲ ਇਸ ਚੀਜ਼ ਨੂੰ ਦੇਖਿਓ। ਸਟੋਰੀ ਤਾਂ ਸਿੰਪਲ ਕਿ ਉਸਨੇ ਉਹਦਾ ਲੇਲਾ ਵੱਢਿਆ ਤੇ ਖਾ ਲਿਆ। ਹੁਣ ਕੀ ਹੋਣਾ ਚਾਹੀਦਾ? ਦਾਊਦ ਦਾ ਰਿਸਪੌਂਸ ਦੇਖੋ। ਹੁਣ ਦਾਊਦ ਨੇ ਉਸ ਬੰਦੇ ਨੂੰ ਸਜ਼ਾ ਦਿੱਤੀ, ਪਰ ਦਾਊਦ ਨੂੰ ਇਹ ਨਹੀਂ ਪਤਾ ਕਿ ਇਹ ਸਜ਼ਾ ਵਾ ਆਪਣੇ ਲਈ, ਇਹ ਸਜ਼ਾ ਆਪਣੇ ਆਪ ਨੂੰ ਦੇ ਰਿਹਾ। ਅਸੀਂ ਗਾਂਹ ਜਾ ਕੇ ਸੋਚਣਾ ਕਿ ਪ੍ਰਭੂ ਨੇ ਦਾਊਦ ਨੂੰ ਸਜ਼ਾ ਦਿੱਤੀ ਹੈ। ਨਹੀਂ, ਦਾਊਦ ਨੇ ਆਪਣੇ ਆਪ ਨੂੰ ਸਜ਼ਾ ਦਿੱਤੀ। ਔਰ ਪ੍ਰਭੂ ਨੇ ਇਹਦੇ ਵਿੱਚ ਵੀ ਮਰਸੀ ਕਰਨੀ, ਦਇਆ ਕਰਨੀ। ਦਾਊਦ ਨੇ ਕਹਿੰਦਾ ਇਸ ਘਟਨਾ ਬਾਰੇ ਕਿ ਬਹੁਤ ਗੁੱਸਾ ਆਇਆ। ਕਹਿੰਦਾ ਜਿਉਂਦੇ ਪ੍ਰਭੂ ਦੀ ਸਹੁੰ, ਜਿਸ ਆਦਮੀ ਨੇ ਅਪਰਾਧ ਕੀਤਾ ਹੈ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਏਗੀ। ਇੱਕ ਲੇਲੇ ਦੀ ਬਦਲੇ ਤੂੰ ਉਸ ਨੂੰ ਮੌਤ ਦੀ ਸਜ਼ਾ ਦੇਣਾ ਹੈ।
ਇਸ ਵੇਲੇ ਉਹ ਪਾਪ ਐਨ ਗੱਜ ਕੇ ਬੋਲਦਾ ਪਿਆ ਉਹਦੇ ਅੰਦਰ। ਦਾਊਦ ਤਾਂ ਇਹ ਨਹੀਂ ਕਹਿ ਸਕਦਾ ਮੇਰੇ ਬਾੜੇ ਦੇ ਵਿੱਚੋਂ ਜਾ ਕੇ 10 ਭੇਡਾਂ ਦੇ ਦਿਓ, ਤੇ ਉਸ ਬੰਦੇ ਨੂੰ ਦੱਸ ਦਿਓ ਕਿ ਉਹਨੂੰ ਪੈਨਲਟੀ ਹੋਏਗੀ। ਨਹੀਂ, ਦਾਊਦ ਸਜ਼ਾ ਦੇ ਰਿਹਾ। ਕਿਹਨੂੰ ਦੇ ਰਿਹਾ? ਆਪਣੇ ਆਪ ਨੂੰ ਸਜ਼ਾ ਦੇ ਰਿਹਾ। ਸੋ ਸਭ ਤੋਂ ਪਹਿਲਾਂ ਦਾਊਦ ਨੇ ਆਪਣੇ ਆਪ ਨੂੰ ਮੌਤ ਦੀ ਸਜ਼ਾ ਦਿੱਤੀ। ਜਿਸ ਆਦਮੀ ਨੇ ਵੀ ਅਪਰਾਧ ਕੀਤਾ ਹੈ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਸ ਅਪਰਾਧ ਦੇ ਬਦਲੇ ਉਸਨੇ ਜਿੰਨਾ ਉਸ ਤੋਂ ਲਿਆ ਹੈ 4 ਗੁਣਾ ਦੇਣਾ ਪਵੇਗਾ। ਸੋ ਦਾਊਦ ਨੇ ਕਿੰਨੇ ਮਾਰੇ? ਯੂਰਾਇਆ ਤੇ ਇੱਕ ਮਰਿਆ ਨਾ ਵਿਚਾਰਾ, ਤੇ ਜਿਹੜੇ ਉਹਦੇ ਨਾਲ ਦੇ ਆਫੀਸਰ ਮਰੇ ਉਹ ਹੁਣ ਉਹਨਾਂ ਨੂੰ 4 ਗੁਣਾ ਕਰ ਲਓ। ਇੰਨੀ ਸਜ਼ਾ ਦਾਊਦ ਨੇ ਆਪਣੇ ਆਪ ਨੂੰ ਦਿੱਤੀ। ਪ੍ਰਭੂ ਦਾ ਸ਼ੁਕਰ ਸੀ ਨਬੀ ਨੇ ਇੱਥੇ ਹੀ ਰੋਕ ਲਿਆ। ਖੁਦਾਵੰਦ ਦੇ ਬੰਦੇ ਨੂੰ ਪ੍ਰਭੂ ਦੀ ਆਵਾਜ਼ ਸੁਣਦੀ ਪਈ, ਉਸਨੇ ਉੱਥੇ ਹੀ ਰੋਕ ਲਿਆ। ਨਥਾਨ ਨੇ ਕਿਹਾ, ਯਾਰ ਆਦਮੀ ਕੋਈ ਦੂਜਾ ਨਹੀਂ ਤੂੰ। ਤੂੰ ਪ੍ਰਭੂ ਨੇ ਤੈਨੂੰ ਸਾਊਲ ਦਾ ਰਾਜ ਦੇ ਦਿੱਤਾ। ਮੈਂ ਤੈਨੂੰ ਸਾਊਲ ਤੋਂ ਜਾਨ ਬਚਾਈ। ਮੈਂ ਤੈਨੂੰ ਸਾਰਾ ਕੁਝ ਉਸਦਾ ਦੇ ਦਿੱਤਾ। ਉਸ ਦੀਆਂ ਪਤਨੀਆਂ ਵੀ ਮੈਂ ਤੈਨੂੰ ਦੇ ਦਿੱਤੀਆਂ, ਖੇਲਾਂ ਵੀ ਮੈਂ ਤੈਨੂੰ ਦੇ ਦਿੱਤੀਆਂ। ਜੇ ਤੂੰ ਹੋਰ ਚੀਜ਼ ਚਾਹੁੰਦਾ ਮੈਂ ਤੈਨੂੰ ਹੋਰ ਦੇ ਦਿੰਦਾ। ਪਰ ਤੂੰ ਇੱਕ ਹਿੱਤੀ ਜਿਹੜਾ ਦੂਸਰੀ ਕੌਮ ਦੇ ਵਿੱਚੋਂ ਆ ਕੇ ਜਿਸਨੇ ਮੇਰੇ ਤੇ ਭਰੋਸਾ ਕੀਤਾ, ਤੂੰ ਉਸਦੇ ਨਾਲ ਵਿਸ਼ਵਾਸਘਾਤ ਕੀਤਾ। ਇਹ ਪ੍ਰਭੂ ਨੇ ਕਿਹਾ। ਇਸ ਕਰਕੇ ਪ੍ਰਭੂ ਯਿਸੂ ਨੇ ਕਿਹਾ ਸੀ ਕਿ ਤੁਸੀਂ ਕਿਸੇ ਇੱਕ ਨੂੰ ਟਿਕਾਰ ਆ ਤੁਹਾਡੇ ਤੇ, ਤੁਸੀਂ ਕਿਸੇ ਇੱਕ ਨੂੰ ਵਿਸ਼ਵਾਸ ਦੇ ਵਿੱਚ ਲਿਆਉਣ ਦੇ ਲਈ ਜ਼ਮੀਨ ਅਸਮਾਨ ਇੱਕ ਕਰ ਦਿੰਦੇ ਆ, ਪਰ ਜਿਸਲੇ ਵਿੱਚ ਆ ਜਾਂਦਾ ਤਾਂ ਤੁਸੀਂ ਉਸ ਦੀ ਜ਼ਿੰਦਗੀ ਆਪਣੇ ਨਾਲੋਂ ਵੀ ਟਿਕਾਰੀ ਬਣਾ ਦਿੰਦੇ। ਤੇ ਇਹ ਕੰਮ ਕੀਤਾ। ਜਿਹੜੇ ਲੋਕ ਪ੍ਰਭੂ ਦੇ ਵਿੱਚ ਆਉਂਦੇ, ਪ੍ਰਭੂ ਉਹਨਾਂ ਨੂੰ ਬਹੁਤ ਪਿਆਰ ਕਰਦਾ। ਯਰਾਇਆ ਨੂੰ ਬਹੁਤ ਦੁੱਖਾਂ ਤੋਂ ਪ੍ਰਭੂ ਨੇ ਬਚਾ ਲਿਆ। ਨੰਬਰ 1 ਉਹ ਕਰ ਗਿਆ। ਨੰਬਰ 2 ਤੇ ਯਰਾਇਆ ਨੂੰ ਜਿਹੜੀਆਂ ਬਰਕਤਾਂ ਮਿਲੀਆਂ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਊਂਗਾ। ਸੋ ਉਸਨੇ ਕਿਹਾ ਕਿ ਤੂੰ ਮੇਰਾ ਵਚਨ ਨਹੀਂ ਮੰਨਿਆ, ਤੂੰ ਮੇਰੀ ਆਗਿਆ ਨਹੀਂ ਮੰਨੀ, ਹੁਣ ਤੇਰੇ ਟੱਬਰ ਤੋਂ ਤਲਵਾਰ ਕਦੀ ਮੂੰਹ ਨਹੀਂ ਮੋੜੇਗੀ। ਪ੍ਰਭੂ ਜੋ ਉਸਨੂੰ ਕਹਿ ਰਿਹਾ, ਜੋ ਦਾਊਦ ਨੇ ਆਪਣੇ ਆਪ ਨੂੰ ਸਜ਼ਾ ਦਿੱਤੀ, ਉਹੀ ਸਜ਼ਾ ਪ੍ਰਭੂ ਬੋਲਦਾ ਪਿਆ। ਬਾਹਰੋਂ ਸਜ਼ਾ ਨਹੀਂ ਆਈ, ਦਾਊਦ ਨੇ ਆਪਣੇ ਆਪ ਨੂੰ ਸਜ਼ਾ ਦਿੱਤੀ। ਹੁਣ ਤਲਵਾਰ ਤੇਰੇ ਘਰ ਤੋਂ ਮੂੰਹ ਨਹੀਂ ਮੋੜੇਗੀ। ਤੂੰ ਮੇਰੀ ਆਗਿਆ ਤੋੜ ਕੇ ਯਰਾਇਆ ਦੀ ਪਤਨੀ ਨਾਲ ਵਿਆਹ ਕੀਤਾ ਹੈ। ਤੇਰੇ ਇਸੇ ਅਪਰਾਧ ਦੇ ਕਾਰਨ ਹੁਣ ਮੈਂ ਤੇਰੀ ਸੰਤਾਨ ਦੇ ਵਿੱਚੋਂ ਕਿਸੇ ਇੱਕ ਨੂੰ ਤੇਰੇ ਵਿਰੁੱਧ ਖੜਾ ਕਰਾਂਗਾ। ਮੈਂ ਤੇਰੀਆਂ ਪਤਨੀਆਂ ਖੋ ਕੇ ਦੂਜਿਆਂ ਨੂੰ ਦੇਵਾਂਗਾ, ਤੂੰ ਔਰ ਖੁੱਲੇ ਆਮ ਉਹਨਾਂ ਦੇ ਨਾਲ ਸੰਗ ਕਰਨਗੇ। ਤੂੰ ਅਪਰਾਧ ਗੁਪਤ ਰੂਪ ਵਿੱਚ ਕੀਤਾ ਹੈ, ਮੈਂ ਇਹ ਸਭ ਕੁਝ ਖੁੱਲੇ ਆਮ ਸੂਰਜ ਚੜੇ ਤੇ ਸਭ ਦੇ ਸਾਹਮਣੇ ਤੇਰੇ ਨਾਲ ਹੋਣ ਦੇਵਾਂਗਾ। ਹੁਣ ਉਹ ਪਾਰਟ ਆਉਂਦਾ ਜਿਹੜਾ ਬੈਸਟ ਹੈ। ਦਾਊਦ ਨੇ ਕਿਹਾ, ਮੈਂ ਸੱਚਮੁੱਚ ਪ੍ਰਭੂ ਦੇ ਵਿਰੁੱਧ ਪਾਪ ਕੀਤਾ। ਅੱਛਾ, ਜੇ ਹਾਲੇ ਤੱਕ ਤੁਸੀਂ ਇੱਥੇ ਲਿਖਿਆ ਨਹੀਂ ਤੇ ਇੱਥੇ ਤੁਸੀਂ ਸਾਮ 51 ਲਿਖ ਲਓ। ਜ਼ਬੂਰ 51 ਤੇਰੀ ਮੈਂ ਇੱਕ ਵਾਰੀ ਮੈਨੂੰ ਚੇਤਾ, ਮੈਂ ਪਹਿਲਾਂ ਵੀ ਲਿਖਾਇਆ ਸੀ, ਅਗਰ ਕਿਸੇ ਨੇ ਨਹੀਂ ਲਿਖਿਆ ਆ ਤੇ ਤੁਸੀਂ ਹੁਣ ਲਿਖ ਲਓ ਕਿ ਸਾਮ 51। ਦਾਊਦ ਉੱਥੋਂ ਉੱਠਿਆ, ਉਹ ਸਿੱਧਾ ਪ੍ਰਭੂ ਦੇ ਮੰਦਿਰ, ਪ੍ਰਭੂ ਦਾ ਜਿੱਥੇ ਤੰਬੂ ਸੀ ਉਹਦੇ ਵਿੱਚ ਪਹੁੰਚ ਗਿਆ।
और उसने प्रभु के मोरे बेच गया, थप्पड़ पा लिया। कोई छुप नहीं, कोई छुपा नहीं, कुछ नहीं लुकाउंदा पिया। पुरोहित भी उत्थे जेड़े खड़े हो भी देखते पे इहनूं की हो गया। सफाई करने वाले उन्होंने देखते पे इहनूं की हो गया। मंदिर दियां गोलियां, मंदिर के प्रिंस देखते पे इहनूं राजे नूं की हो गया। उसने किसी का नहीं किया, प्रभु के सामने गया, पूरे अंत करन दे नाल किया। उन्हें पखंडी माफी नहीं मंगी। क्यों? उसनों इन्ना चीज का पता सी। हुण आह चीज नोट करने वाली, उसने नथान नूं भी नहीं कहा कि तू मेरे पाप माफ कर दे। इत्थे अपना हाथ रखो मेरे नाल, वापस आ जाओ। पहला सैमुएल सैमुएल भी इसे तरह ही आया सीगा साउल दे कोल। और उसने आके भी ये सारिया चीज़ां कही सी। और उसने पाप किया, पाप तो बाद उसने बहाने बनाए जड़े सारे झूठे सी। ये जड़ियां जानवर असी लैके आए हैं बलियां वास्ते लैके आए हैं, झूठ नंबर 1। जड़ा राजा नूं बचा के लैके आए, राजा नूं असी बचा लिया, रख लिया, ये असी बलियां देने तो बाद इहनूं मारना सी, झूठ नंबर 2। राइट। और ये एक तो बाद एक को झूठ बोलता गया। सो कोई जाना इसकी 22 आयत तो लैके 25 आयत तक पढ़ता है, जिसनों मिल जाए। चैप्टर किहड़ा पास्टर जी? चैप्टर हैगा असी पहला सैमुअल चैप्टर 15, पन्ना है 414। असी 22 आयत तो लैके 26 आयत तक। ओके, मैं पढ़ दिंदा। सैमुअल ने उसनों कहा कि प्रभु अपनी आग्या मन्ने जाण दी थां भेडां अते बलियां तो खुश हुंदा है। हाँ, उसकी आग्या मनना बलियां तो किते चंगा है अते छतरियां दी चर्बी नालों उसका सुनना चंगा है। प्रभु की अवग्याकारी जादू टूणे के बराबर है अते जिद्दीपुणा ते विचार मूर्ति पूजा के बराबर है। तू प्रभु के वचन नूं रद्दिया है, इसलिए वो भी तेरा राजा होना रद्ददा है। साउल ने कहा, सचमुच मैं पाप कीता है, मैं प्रभु की आग्या तोड़ी अते तेरियां हदायतां की परवाह ना कीती। मैं अपने लोकां तो डर गया सां, इसलिए मैं उन्हां दी गल मन्नी। पर तू मेरे पाप माफ कर दे अते मेरे नाल गिलगाल नूं चल के मैं प्रभु की उपासना करा। सैमुअल ने उत्तर दिता, नहीं, मैं तेरे नाल नहीं जावांगा, क्योंकि तू प्रभु दे वचन नूं रद्दिया है अते उसने तैनूं इजराइल दे राजा होण तो रद्द दिता है। सो ਉਹਦੇ ਤੇ ਕੋਈ फर्क पिया है कि ये जिहड़ी माफी उसने मंगी सच्ची है, कि वो प्रभु तो माफी मंगदा पिया कि सैमुअल तो माफी मंगदा पिया, सैमुअल का गुस्सा ठंडा करदा पिया। अच्छा, जे सैमुअल तो माफी मंगदा पिया, सैमुअल ਉਹਦਾ पाप माफ कर सकदा? अगर सैमुअल ਉਹਦਾ पाप नहीं माफ कर सकदा तो पास्टर साडे किदां पाप माफ कर सकदे? साडे ते हत्थ रख के सब कुछ किदां भजा सकदे? Just think about these things, guys. इन्हां चीज़ां नूं सोचो, ये गहरियां चीज़ां आ, ये प्रभु दा वचन आ। मसीहत जिथों असीं आए वो चीज़ है नहीं गी, इस अपसाइड डाउन किंगडम। 180 डिग्री है वक्री चीज़ आ। ਅਸੀਂ ਉਹ ਜਿਹੜਾ 5% ਉੱਥੋਂ ਅਸੀਂ ਕਰਦੇ ਹੁੰਦੇ ਸੀ, ਅਸੀਂ ਉਹਨਾਂ ਚੀਜ਼ਾਂ ਦੇ ਉੱਤੇ ਹੀ ਨਵਾਂ ਕੱਪੜਾ ਪਾਤਾ। ਕੇਅਰਫੁਲ, ਕੁਛ ਨਹੀਂ ਮਿਲਣਾ। ਧੱਕੇ ਖਾਣ ਤੋਂ ਸਿਵਾਏ ਕੁਛ ਨਹੀਂ ਮਿਲੇਗਾ।
ਪਰ ਲੋਕ ਖਾਂਦੇ ਪਏ ਧੱਕੇ, ਕਦੀ ਕਿਤੇ ਦੌੜ ਜਾਂਦੇ ਆ, ਕਦੀ ਕਿਤੇ ਦੌੜ ਜਾਂਦੇ, ਕਦੀ ਕਿਤੇ ਦੌੜ ਜਾਂਦੇ, ਕਿਤੇ ਕੋਈ ਹੱਥ ਰੱਖਦਾ ਪਿਆ, ਕਿਤੇ ਕੋਈ ਹੱਥ ਰੱਖਦਾ ਪਿਆ, ਕਿਤੇ ਕੋਈ ਧੱਕੇ ਦਿੰਦਾ ਪਿਆ। Be careful. तू मेरे पाप माफ कर दे, तू मेरे नाल गिलगाल नूं चल। तो उसने की किया, कहंदा ये कह के सैमुअल जाण दे लई पिछां मुड़िया, पर साउल ने उसका चोगा फड़ लिया ते वो पाट गया। सैमुअल ने कहा, प्रभु ने तेरा राज अज तेरे कोलों पाड़ के तेरे गुआंढी दे हत्थीं सौंप दिता है, जो तेरे नालों चंगा है। इजराइल दी शान, प्रभु झूठ नहीं बोलदा अते ना ही पछताउंदा है, क्योंकि वो मनुख नहीं। साउल ते हाले भी कोई फर्क नहीं पिया। हम देखो साउल ने की करना। साउल ने उत्तर दिता, ठीक, मैं पाप किया है, पर तू मेरे लोकां अते बजुर्गां अते इजराइल दे सामने मेरा मान रख अते मेरे नाल चल, तां जो मैं जाके प्रभु तेरे परमेश्वर दी उपासना करा। शब्दावली देखो, ध्यान दिओ इत्थे ना चीज़ां ते। प्रभु तेरे परमेश्वर दी उपासना करा। सो सैमुअल साउल दे नाल गिलगाल नूं गया अते साउल ने उत्थे प्रभु दी उपासना कीती और सैमुअल उत्थों वापस आ गया। उस तो बाद एक चीज होर हुई, मेरे नाल 16वें भाग दे अखीर दे विच आ जाओ। दाऊद नूं इस चीज दा भी पता है, दाऊद नूं इस चीज दा भी पता। इस दी कोई जाना असीं पढ़ांगे 16वें भाग की 11 आयत तो लैके एंड तक, जिसनों मिल जाए। मैं पढ़ दूंगा पास्टर जी। 16ਵੀਂ ਦੀ 11 ਤੋਂ ਲੈ ਕੇ ਐਂਡ ਤੇ ਹੈ ਨਾ। ਤਦ ਸੈਮੂਅਲ ਨੇ ਯੱਸੀ ਤੋਂ ਪੁੱਛਿਆ, ਕੀ ਤੇਰਾ ਹੋਰ ਕੋਈ ਪੁੱਤਰ ਹੈ? ਯੱਸੀ ਨੇ ਉੱਤਰ ਦਿੱਤਾ, ਹਾਂ, ਇੱਕ ਸਭ ਤੋਂ ਛੋਟਾ ਹੈ, ਪਰ ਉਹ ਭੇਡਾਂ ਦੀ ਰਖਵਾਲੀ ਕਰ ਰਿਹਾ ਹੈ। ਸੈਮੂਅਲ ਨੇ ਕਿਹਾ, ਉਸ ਨੂੰ ਤੁਰੰਤ ਸੱਦ, ਕਿਉਂਕਿ ਜਦੋਂ ਤੱਕ ਉਹ ਆ ਨਹੀਂ ਜਾਵੇਗਾ ਅਸੀਂ ਬੈਠਾਂਗੇ ਨਹੀਂ। ਸੋ ਯੱਸੀ ਨੇ ਆਪਣੇ ਛੋਟੇ ਪੁੱਤਰ ਨੂੰ ਸੱਦਣ ਲਈ ਘੱਲਿਆ। ਉਹ ਬਹੁਤ ਸੁੰਦਰ ਅਤੇ ਸਿਹਤਮੰਦ ਸੀ, ਉਸ ਦੀਆਂ ਅੱਖਾਂ ਵਿੱਚ ਚਮਕ ਸੀ। ਪ੍ਰਭੂ ਨੇ ਸੈਮੂਅਲ ਨੂੰ ਕਿਹਾ, ਇਹੀ ਹੈ, ਇਸ ਦਾ ਅਭਿਸ਼ੇਕ ਕਰ। ਸੈਮੂਅਲ ਨੇ ਤੁਰੰਤ ਆਪਣੀ ਜੈਤੂਨ ਦੇ ਤੇਲ ਦੀ ਕੁੱਪੀ ਲਈ ਅਤੇ ਯੱਸੀ ਦੇ ਸਭ ਤੋਂ ਛੋਟੇ ਪੁੱਤਰ ਦਾਊਦ ਦਾ ਅਭਿਸ਼ੇਕ ਉਸਦੇ ਭਰਾਵਾਂ ਦੇ ਸਾਹਮਣੇ ਕੀਤਾ। ਪ੍ਰਭੂ ਦਾ ਆਤਮਾ ਤੁਰੰਤ ਪੂਰੀ ਸ਼ਕਤੀ ਨਾਲ ਦਾਊਦ ਉੱਤੇ ਉਤਰ ਆਇਆ ਅਤੇ ਉਸ ਦਿਨ ਤੋਂ ਉਹ ਉਸਦੇ ਨਾਲ ਰਿਹਾ। ਇਹ ਕੰਮ ਕਰਕੇ ਸੈਮੂਅਲ ਉੱਥੋਂ ਰਮਾਹ ਨੂੰ ਚਲਾ ਗਿਆ। ਦਾਊਦ ਦਾ ਸਾਊਲ ਦੇ ਕੋਲ ਜਾਣਾ। ਤਦ ਸਾਊਲ ਨੇ ਪ੍ਰਭੂ ਦੇ ਆਤਮਾ ਨੇ ਛੱਡ ਦਿੱਤਾ ਅਤੇ ਉਸ ਦੀ ਥਾਂ ਪ੍ਰਭੂ ਨੇ ਇੱਕ ਦੁਸ਼ਟ ਆਤਮਾ ਉਸ ਉੱਤੇ ਘੱਲ ਦਿੱਤਾ, ਜੋ ਉਸ ਨੂੰ ਸਤਾਉਂਦਾ ਸੀ। ਬੱਚੇ ਤੱਕ ਠੀਕ। ਦੇਖੋ ਧਿਆਨ ਦੇ ਨਾਲ, ਕਿੰਨਾ ਚਿਰ ਲੱਗਾ, ਔਰ ਦਾਊਦ ਨੂੰ ਇਸ ਚੀਜ਼ ਦਾ ਵੀ ਪਤਾ ਹੈ ਕਿ ਜਾ ਕੇ ਉਹਨੇ ਬਲੀ ਵੀ ਦਿੱਤੀ ਆ ਔਰ ਬਲੀਆਂ ਦੇ ਨਾਲ ਉਹਦਾ ਪਾਪ ਮਾਫ ਨਹੀਂ ਹੋਇਆ। ਹੁਣ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਓ। ਹੁਣ ਅਸੀਂ ਪੜਾਂਗੇ ਸਾਮ 51। ਇਸ ਕਰਕੇ ਦਾਊਦ, ਉਹ ਨਬੀ ਜਿਹੜਾ ਲਾਗੇ ਖੜਾ ਸੀ, ਉਹ ਅੱਜ ਕੱਲ ਤਾਂ ਅਸੀਂ ਪਾਸਟਰਾਂ ਨੂੰ ਵੀ ਨਬੀ ਕਹਿਣਾ ਸ਼ੁਰੂ ਕਰ ਦਿੱਤਾ। ਮੇਰੇ ਨਾਂ ਦੇ ਮੋਹਰੇ ਤੁਸੀਂ ਪ੍ਰੋਫਿਟ ਲਾ ਦਿੰਦੇ। ਮੈਂ ਕਹਿੰਦਾ ਠੀਕ ਆ, ਤੁਸੀਂ ਪ੍ਰੋਫਿਟ ਲਾਤਾ ਤਾਂ ਹੁਣ ਮੈਂ ਤੁਹਾਡੇ ਨਾਂ ਦੇ ਮੋਹਰੇ ਇਹ ਤੋਂ ਵੀ ਵੱਡੀ ਡਿਗਰੀ ਲਾ ਦਿੰਦਾ। ਇੱਕ ਦੂਜੇ ਨੂੰ ਆਪੇ ਹੀ ਬਣਾਈ ਚਲੀ ਜਾਂਦੇ ਅਸੀਂ। ਬੇਵਕੂਫੀ ਦਾ ਵੀ ਕੋਈ ਹੱਦ ਹੁੰਦੀ ਹੈ। ਹੱਦ ਲਾਈਓ ਅਸੀਂ ਦੁਨੀਆ ਦੇ ਵਿੱਚ। ਸਾਊਲ ਵਾਂਗੂ ਮਾਣ ਆਪਣੇ ਲੱਗੇ ਬਣਾਉਣ, ਵੱਡੀਆਂ ਵੱਡੇ ਨਾਂ ਪਿੱਛੇ ਤੇ ਅੱਗੇ, ਪੂਰੀ 3 ਲਾਈਨਾਂ ਦੇ ਨਾਂ ਬਣਾਇਓ ਅਸੀਂ ਆਪਣੇ। ਉਹ ਭਾਈ ਮੇਰੇ ਵਰਗਿਆਂ ਤੋਂ ਬਚਦੇ ਰਹੋ। ਓਕੇ, ਪ੍ਰਭੂ ਦੇ ਕੋਲ ਜੁੜੋ, ਪ੍ਰਭੂ ਨਾਲ ਜੁੜੋ। ਅੱਛਾ, ਹੁਣ ਦੇਖੋ ਇੱਕ ਚੀਜ਼ ਇੱਥੇ ਹੁਣ ਹੋਰ ਵੀ ਹੋਈ, ਜਿਹੜੀ ਦਾਊਦ ਨੂੰ ਪਤਾ ਆ। ਜਿਸ ਵੇਲੇ ਸਾਊਲ
ਦੇ ਉੱਤੇ ਅਖੀਰਲਾ ਸਮਾਂ ਆ ਗਿਆ ਤੇ ਉਹ ਇੱਕ ਅਸੀਂ ਪੜ੍ਹਿਆ ਹਿੱਸਾ, ਮੈਂ ਉੱਥੇ ਹੁਣ ਤੁਹਾਨੂੰ ਪੜ੍ਹਾਊਂਗਾ ਨਹੀਂ, ਉਹ ਇੱਕ ਜਾਦੂਗਰਨੀ ਕੋ ਗਿਆ ਔਰ ਉਸਨੇ ਕਿਹਾ ਕਿ ਤੂੰ ਮੇਰੇ ਲਈ ਸੈਮੂਅਲ ਨੂੰ ਸੱਦ। ਔਰ ਅਸੀਂ ਜਾਣਦੇ ਕਿ ਸੈਮੂਅਲ ਆਇਆ, ਅਸੀਂ ਮੂਵੀ ਵੀ ਦੇਖੀ, ਸੈਮੂਅਲ ਆਇਆ, ਸਵਰਗ ਦੇ ਵਿੱਚੋਂ ਵਾਪਸ ਆਇਆ, ਉਸਨੂੰ ਕਿਹਾ ਕਿ ਤੂੰ ਮੈਨੂੰ ਕਿਉਂ ਸਤਾਉਣਾ? ਕਹਿੰਦਾ ਪ੍ਰਭੂ ਨੂੰ ਮੈਂ ਆਵਾਜ਼ ਦਿੰਦਾ, ਪ੍ਰਭੂ ਮੇਰੀ ਆਵਾਜ਼ ਨੂੰ ਸੁਣਦਾ ਨਹੀਂ। ਉਹ ਕਹਿੰਦਾ ਜੇ ਤੈਨੂੰ ਉਹਨੇ ਛੱਡ ਦਿੱਤਾ ਤੇ ਮੈਂ ਵੀ ਤੇਰੇ ਲਈ ਕੀ ਕਰ ਸਕਦਾ? Now that is the key. ਬੰਦਾ ਸਾਡੇ ਲਈ ਕੁਛ ਨਹੀਂ ਕਰ ਸਕਦਾ, ਪ੍ਰਭੂ ਦੇ ਅੱਗੇ ਆਪ ਜਾਣਾ ਸਿੱਖੋ। ਇਹ ਮੇਨ ਚੀਜ਼ ਆ, ਇਹ ਬੈਸਟ ਚੀਜ਼ ਅਸੀਂ ਪ੍ਰਭੂ ਦੇ ਇਸ ਵਚਨ ਦੇ ਵਿੱਚੋਂ ਸਿੱਖਦੇ ਪਏ ਹਾਂ। ਅਗਰ ਤੁਸੀਂ ਮੇਰੇ ਕੋਲ ਆਉਣੇ ਆ ਔਰ ਮੈਂ ਤੁਹਾਡੀ ਕੱਛ ਦੇ ਵਿੱਚ ਫੌੜੀ ਦੇ ਕੇ ਤੋੜ ਦਿੰਨਾ ਕਿ ਹਰੇਕ ਵਾਰੀ ਤੁਹਾਨੂੰ ਆਪਣੀ ਫੌੜੀ ਜਿਹੜੀ ਉਹ ਮੈਂ ਆ, ਪਰ ਤੁਹਾਨੂੰ ਹਰੇਕ ਵਾਰੀ ਮੇਰੇ ਕੋਈ ਆਉਣਾ ਪੈਂਦਾ ਪਿਆ, ਤਾਂ ਮੈਂ I am a wrong person। ਇਹ ਚੀਜ਼ ਨੂੰ ਨੋਟ ਕਰ ਲਓ। ਪਰ ਜੇ ਮੈਂ ਤੁਹਾਨੂੰ ਸਟਰੈਂਥਨ ਕਰਕੇ ਘਾਲਦਾ ਕਿ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾ, ਆਪਣੀ ਜ਼ਿੰਦਗੀ ਤੇ ਝਾਤ ਮਾਰ, ਅਗਰ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਗੁਨਾਹ ਆ, ਕੋਈ ਗੁੱਸਾ ਆ, ਕੋਈ ਐਸੀ ਚੀਜ਼ ਆ, ਉਸਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਰੱਖ, ਸਾਫ਼ ਕਰ ਆਪਣੇ ਆਪ ਨੂੰ, ਔਰ ਫਿਰ ਉਸਦੀ ਪਵਿੱਤਰਤਾ ਦੇ ਵਿੱਚ ਜਾ ਕੇ ਬੈਠ ਔਰ ਸੁਣੋ ਕੀ ਕਹਿੰਦਾ ਪਿਆ। ਜੇ ਮੈਂ ਸੁਣਾਉਣਾ ਪਿਆ ਕਿ ਕੀ ਕਹਿੰਦਾ ਪਿਆ, that's wrong। ਪਰ ਜੇ ਮੈਂ ਕਹਿਣਾ ਪਿਆ ਸੁਣ ਪ੍ਰਭੂ ਤੈਨੂੰ ਕੀ ਕਹਿੰਦਾ ਪਿਆ। ਹਾਂ, ਅਗਰ ਆ ਕੇ ਤੁਸੀਂ ਮੈਨੂੰ ਦੱਸ ਦੇ ਕਿ ਪ੍ਰਭੂ ਨੇ ਮੈਨੂੰ ਇਸ ਤਰ੍ਹਾਂ ਮੇਰੇ ਏਦਾਂ ਮੈਂ ਸੋਚਦਾ ਕਿ ਪ੍ਰਭੂ ਮੈਨੂੰ ਏਦਾਂ ਕਹਿ ਰਿਹਾ, ਤਾਂ ਉਸਦੇ ਵਿੱਚ ਹਾਂ ਐਡੀਸ਼ਨ ਸਬਟ੍ਰੈਕਸ਼ਨ ਮੈਂ ਕਰ ਸਕਦਾ ਤੁਹਾਡੇ ਲਈ। ਲੇਕਿਨ ਜੇ ਮੈਂ ਹੀ ਤੁਹਾਡੇ ਲਈ ਬੋਲਦਾ ਪਿਆ ਤੇ ਫਿਰ ਮੈਂ ਫੌੜੀ ਹਾਂ। ਦਾਊਦ ਨੂੰ ਪਤਾ ਸੀ ਕਿ ਸਾਊਲ ਨੇ ਬਲੀਆਂ ਦੇਣ ਦੀ ਕੋਸ਼ਿਸ਼ ਕੀਤੀ ਸੀ, ਕੁਛ ਨਹੀਂ ਬਣਿਆ। ਸਾਊਲ ਨੇ ਸੈਮੂਅਲ ਦੇ ਕੋਲ ਦੌੜਾ ਸੀ, ਕੁਛ ਨਹੀਂ ਹੋਇਆ। ਸਾਊਲ ਨੇ ਸੈਮੂਅਲ ਨੂੰ ਸਵਰਗ ਤੋਂ ਵਾਪਸ ਬੁਲਾ ਲਿਆ ਸੀ, ਤਾਂ ਵੀ ਕੱਖ ਨਹੀਂ ਹੋਇਆ। ਸੋ ਉਸਨੇ ਨਥਾਨ ਨੂੰ ਪਰਾਂ ਕਰ ਦਿੱਤਾ। ਧਰਤੀ ਤੇ ਡੇਕ ਕੇ ਉਸਨੇ ਕਿਹਾ ਪ੍ਰਭੂ ਨੇ ਸਾਹਮਣੇ ਮੈਂ ਪਾਪ ਕੀਤਾ। ਉਸੇ ਵੇਲੇ ਉਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਚਲਾ ਗਿਆ। ਉਸਨੂੰ ਕੋਈ ਨਹੀਂ ਹੈ ਕਿ ਮੈਂ ਰਾਜਾ ਆ। ਤੱਪੜ ਪਾਇਆ ਉਹਨੇ ਔਰ ਪ੍ਰਭੂ ਦੇ ਅੱਗੇ ਲੰਮਾ ਪੈ ਗਿਆ। ਔਰ ਸਾਮ 51 ਜਿਹੜਾ ਉੱਥੇ ਆਉਂਦਾ, ਜਿਸ ਨੂੰ ਮਿਲ ਜਾਏ ਪੜ੍ਹ ਲੈ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਮਾਫੀ ਦੇ ਲਈ ਪ੍ਰਾਰਥਨਾ। हे ਪਰਮੇਸ਼ਰ, ਆਪਣੀ ਅਮੁੱਕ ਦਇਆ ਦੇ ਕਾਰਨ ਮੇਰੇ ਤੇ ਤਰਸ ਕਰ। ਤੂੰ ਆਪਣੀ ਅਪਾਰ ਕਿਰਪਾ ਦੇ ਕਾਰਨ ਮੇਰੇ ਅਪਰਾਧ ਮਾਫ ਕਰ। ਤੂੰ ਮੇਰੇ ਅਪਰਾਧ ਨੂੰ ਚੰਗੀ ਤਰ੍ਹਾਂ ਧੋ ਅਤੇ ਮੇਰੇ ਪਾਪਾਂ ਤੋਂ ਮੈਨੂੰ ਸ਼ੁੱਧ ਕਰ। ਮੈਂ ਆਪਣੇ ਅਪਰਾਧਾਂ ਨੂੰ ਮੰਨਦਾ ਹਾਂ ਅਤੇ ਮੇਰੇ ਪਾਪ ਹਮੇਸ਼ਾ ਮੇਰੇ ਸਾਹਮਣੇ ਰਹਿੰਦੇ ਹਨ। ਮੈਂ ਕੇਵਲ ਤੇਰੇ ਵਿਰੁੱਧ ਪਾਪ ਕੀਤਾ ਹੈ। ਮੈਂ ਉਹੀ ਕੀਤਾ ਹੈ ਜੋ ਤੇਰੀ ਨਜ਼ਰ ਵਿੱਚ ਬੁਰਾ ਹੈ। ਇਸ ਲਈ ਤੇਰਾ ਫੈਸਲਾ ਸੱਚਾ ਹੈ, ਕਿਉਂਕਿ ਮੈਂ ਸੱਚਮੁੱਚ ਪਾਪੀ ਹਾਂ। ਮਾਂ ਦੇ ਗਰਭ ਵਿੱਚ ਵੀ ਪਾਪ ਮੇਰੇ ਨਾਲ ਸੀ। ਮੈਂ ਜਨਮ ਤੋਂ ਹੀ ਪਾਪੀ ਹਾਂ। ਤੂੰ ਦਿਲ ਦੇ ਖਰੇਪਨ ਤੋਂ ਖੁਸ਼ ਹੁੰਦਾ ਹੈ। ਤੂੰ ਮੇਰੇ ਮਨ ਨੂੰ ਬੁੱਧ ਦੇ। ਜੂਫੇ ਨਾਲ ਤੂੰ ਮੈਨੂੰ ਸਾਫ਼ ਕਰ ਤਾਂ ਮੈਂ ਸ਼ੁੱਧ ਹੋ ਜਾਵਾਂਗਾ। ਮੈਨੂੰ ਧੋ ਤਾਂ ਮੈਂ ਬਰਫ਼ ਨਾਲੋਂ ਵੀ ਚਿੱਟਾ ਹੋ ਜਾਵਾਂਗਾ। ਮੈਨੂੰ ਖੁਸ਼ੀ ਅਤੇ ਆਨੰਦ ਦੇ ਤਾਂ ਮੇਰਾ ਟੁੱਟਾ ਦਿਲ ਇੱਕ ਵਾਰ ਫਿਰ ਆਨੰਦਿਤ ਹੋ ਉੱਠੇਗਾ। ਮੇਰੇ ਪਾਪਾਂ ਵੱਲੋਂ ਤੂੰ ਆਪਣਾ ਮੂੰਹ ਮੋੜ ਲੈ ਅਤੇ ਮੇਰੀ ਸਭ ਬੁਰਾਈ ਨੂੰ ਦੂਰ ਕਰ। हे ਪਰਮੇਸ਼ਰ, ਤੂੰ ਮੇਰੇ ਅੰਦਰ ਸ਼ੁੱਧ ਮਨ ਪੈਦਾ ਕਰ। ਨਵੀਂ ਅਤੇ ਮਜ਼ਬੂਤ ਆਤਮਾ ਮੇਰੇ ਅੰਦਰ ਪਾ। ਤੂੰ ਮੈਨੂੰ ਆਪਣੇ ਸਾਹਮਣਿਓਂ ਦੂਰ ਨਾ ਕਰ ਅਤੇ ਨਾ ਮੇਰੇ ਕੋਲੋਂ ਆਪਣੀ ਪਵਿੱਤਰ ਆਤਮਾ ਨੂੰ ਲੈ। ਆਪਣੀ ਮੁਕਤੀ ਦਾ ਆਨੰਦ ਮੈਨੂੰ ਫਿਰ ਦੇ ਅਤੇ ਆਪਣੀ ਆਤਮਾ ਨਾਲ ਮੈਨੂੰ ਸੰਭਾਲ। ਤਦ ਮੈਂ ਅਪਰਾਧੀਆਂ ਨੂੰ ਤੇਰੇ ਬਾਰੇ ਸਿਖਾਵਾਂਗਾ ਅਤੇ ਪਾਪੀ ਤੇਰੇ ਵੱਲ ਮੁੜਨਗੇ। हे ਮੇਰੇ ਮੁਕਤੀ ਦਾਤਾ ਪਰਮੇਸ਼ਰ, ਤੂੰ ਮੈਨੂੰ ਖੂਨ ਦੇ ਦੋਸ਼ ਤੋਂ ਛੁਡਾ। ਤਦ ਮੈਂ ਤੇਰੇ ਛੁਟਕਾਰੇ ਦੇ ਲਈ ਉੱਚੀ ਆਵਾਜ਼ ਨਾਲ ਤੇਰੀ ਮਹਿਮਾ ਕਰਾਂਗਾ। हे ਪ੍ਰਭੂ, ਤੂੰ ਮੇਰਾ ਮੂੰਹ ਖੋਲ, ਮੈਂ ਤੇਰੀ ਮਹਿਮਾ ਕਰਾਂਗਾ।
ਨਾ ਤੂੰ ਬਲੀ ਤੋਂ ਖੁਸ਼ ਹੁੰਦਾ ਹੈ ਅਤੇ ਨਾ ਹੀ ਹੋਮ ਬਲੀਆਂ ਦਾ ਚਾਹਵਾਨ ਹੈ, ਨਹੀਂ ਤਾਂ ਮੈਂ ਚੜਾਉਂਦਾ। ਪਰਮੇਸ਼ਰ ਦੀ ਬਲੀ ਤਾਂ ਟੁੱਟਾ ਮਨ ਹੈ। ਹੇ ਮੇਰੇ ਪਰਮੇਸ਼ਰ, ਤੂੰ ਟੁੱਟੇ ਅਤੇ ਦੀਨ ਮਨ ਵੱਲੋਂ ਮੂੰਹ ਨਹੀਂ ਮੋੜਦਾ। ਹੇ ਪਰਮੇਸ਼ਰ, ਤੂੰ ਸਿਯੋਨ ਤੇ ਦਇਆ ਕਰ ਅਤੇ ਯਰੂਸ਼ਲਮ ਦੀਆਂ ਮਜ਼ਬੂਤ ਕੰਧਾਂ ਨੂੰ ਫਿਰ ਖੜਿਆ ਕਰ। ਤਾਂ ਤੂੰ ਸਚਾਈ ਤੇ ਅਦਾਲਤ ਬਲੀਦਾਨਾਂ ਤੋਂ ਖੁਸ਼ ਹੋਵੇਂਗਾ, ਅਰਥਾਤ ਹੋਮ ਅਤੇ ਪੂਰਨ ਹੋਮ ਬਲੀਆਂ ਤੋਂ। ਉਸ ਸਮੇਂ ਲੋਕ ਤੇਰੀ ਵੇਦੀ ਤੇ ਬਲਦ ਚੜਾਉਣਗੇ। ਆਮੀਨ। ਸੋ ਤੁਸੀਂ ਉਸਦੀ ਜਿਹੜੀ ਉਹਨੇ ਦੁਆ ਕੀਤੀ ਆ, ਜਿਹੜੀ ਉਸਨੇ ਪ੍ਰਭੂ ਤੋਂ ਮਾਫੀ ਮੰਗੀ, ਉਸਦਾ ਪ੍ਰੋਸੈਸ਼ਨ ਦੇਖੋ ਕਿੰਨਾ ਸੋਹਣਾ ਹੈ। ਔਰ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਦਾਊਦ ਨੇ ਆਪਣਾ ਸਰੀਰ, ਆਪਣਾ ਤਨ, ਮਨ ਔਰ ਆਤਮਾ ਤਿੰਨੇ ਉਸਨੂੰ ਆਪਣੇ ਮਾਣ ਦੀ ਲੋੜ ਨਹੀਂ ਹੋਈ। ਉਸਨੂੰ ਇਹ ਨਹੀਂ ਹੈ ਕਿ ਤੂੰ ਮੇਰਾ ਮਾਣ ਰੱਖ ਲਾ। ਇਹਨਾਂ ਚੀਜ਼ਾਂ ਦਾ ਉਸਨੂੰ ਕੁਛ ਨਹੀਂ ਇਸ ਵੇਲੇ ਹੈਗਾ। ਉਸਨੂੰ ਇਹ ਵੀ ਨਹੀਂ ਹੈਗਾ ਕਿ ਪ੍ਰਭੂ ਨੇ ਮੈਨੂੰ ਮੌਤ ਦੀ ਸਜ਼ਾ ਦੇ ਸਕਦਾ, ਉਹਦਾ ਵੀ ਕੁਛ ਨਹੀਂ ਹੈਗਾ। ਉਸਨੂੰ ਇੱਕ ਚੀਜ਼ ਦਾ ਫਿਕਰ, ਦੇਖੋ ਕੀ ਉਸਨੇ ਕਿਹਾ। ਸਭ ਤੋਂ ਪਹਿਲਾਂ ਜਿਹੜਾ ਪਾਪ, ਉਹ ਪਾਪ ਕੀ ਹੈ? ਸੋ ਉਸਨੇ ਕਿਹਾ ਕਿ हे ਪਰਮੇਸ਼ਰ, ਆਪਣੀ ਅਮੁੱਖ ਦਇਆ ਦੇ ਕਾਰਨ ਮੇਰੇ ਤੇ ਤਰਸ ਕਰ, ਆਪਣੀ ਅਪਾਰ ਕਿਰਪਾ ਦੇ ਕਾਰਨ ਮੇਰੇ ਅਪਰਾਧ ਨੂੰ ਮਾਫ ਕਰ। ਔਰ ਇਹ ਮੇਨ ਚੀਜ਼, ਉਸਨੇ ਆਪਣੇ ਆਪ ਨੂੰ ਪ੍ਰਭੂ ਦੀ ਕਿਰਪਾ ਔਰ ਪ੍ਰਭੂ ਦੀ ਦਇਆ ਦੇ ਵਿੱਚ ਛੁਪਾਇਆ। ਦੂਜੀ ਚੀਜ਼, ਤੂੰ ਮੇਰੇ ਅਪਰਾਧ ਨੂੰ ਚੰਗੀ ਤਰ੍ਹਾਂ ਧੋ ਅਤੇ ਮੇਰੇ ਪਾਪਾਂ ਤੋਂ ਤੂੰ ਮੈਨੂੰ ਸ਼ੁੱਧ ਕਰ। ਠੀਕ। ਔਰ ਮੈਂ ਆਪਣੇ ਅਪਰਾਧਾਂ ਨੂੰ ਮੰਨਦਾ ਹਾਂ ਅਤੇ ਮੇਰੇ ਪਾਪ ਹਮੇਸ਼ਾ ਮੇਰੇ ਸਾਹਮਣੇ ਰਹਿੰਦੇ ਹਨ। ਹੁਣ ਖੁੱਲੀਆਂ ਅੰਦਰ ਦੀਆਂ ਅੱਖਾਂ, ਔਰ ਹੁਣ ਉਸਨੂੰ ਦੱਸਣਾ ਸ਼ੁਰੂ ਹੋਇਆ ਕਿ ਉਹਨੇ ਕੀਤਾ ਕੀ ਹੈ। ਉਹਨੇ ਕੀਤਾ ਕੀ ਆ? ਮੈਂ ਕੇਵਲ ਤੇਰੇ ਵਿਰੁੱਧ ਪਾਪ ਕੀਤਾ ਹੈ। ਮੈਂ ਉਹੀ ਕੀਤਾ ਹੈ ਜੋ ਤੇਰੀ ਨਜ਼ਰ ਦੇ ਵਿੱਚ ਬੁਰਾ ਹੈ, ਇਸ ਲਈ ਤੇਰਾ ਫੈਸਲਾ ਸੱਚਾ। ਤੇਰਾ ਫੈਸਲਾ ਸੱਚਾ ਹੈ ਕਿਉਂਕਿ ਮੈਂ ਸੱਚਮੁੱਚ ਪਾਪੀ ਹਾਂ। ਮਾਂ ਦੇ ਗਰਭ ਵਿੱਚ ਪਾਪ ਮੇਰੇ ਨਾਲ ਸੀ, ਮੈਂ ਜਨਮ ਤੋਂ ਹੀ ਪਾਪੀ ਹਾਂ। ਤੂੰ ਦਿਲ ਦੇ ਖਰੇਪਨ ਤੋਂ ਖੁਸ਼ ਹੁੰਦਾ ਹੈ। ਤੂੰ ਦਿਲ ਦੇ ਖਰੇਪਨ ਤੋਂ ਖੁਸ਼ ਹੁੰਦਾ ਹੈ। ਤੂੰ ਮੇਰੇ ਮਨ ਨੂੰ ਬੁੱਧ ਦੇ, ਜੁਫੇ ਦੇ ਨਾਲ ਤੂੰ ਮੈਨੂੰ ਧੋ ਤਾਂ ਮੈਂ ਸ਼ੁੱਧ ਹੋ ਜਾਵਾਂਗਾ। ਮੈਨੂੰ ਧੋ ਤਾਂ ਮੈਂ ਬਰਫ਼ ਦੇ ਨਾਲੋਂ ਵੀ ਚਿੱਟਾ ਹੋ ਜਾਵਾਂਗਾ। ਉਸਨੂੰ ਪਤਾ ਨਥਾਨ ਮੇਰੇ ਲਈ ਕੱਖ ਨਹੀਂ ਕਰ ਸਕਦਾ। ਜੇ ਸੈਮੂਅਲ ਸਾਊਲ ਦੇ ਲਈ ਕੁਛ ਨਹੀਂ ਕਰ ਸਕਿਆ, ਉਹਨੇ ਸਵਰਗ ਤੋਂ ਵੀ ਇਹਨੂੰ ਵਾਪਸ ਬੁਲਾ ਲਿਆ ਤਾਂ ਵੀ ਕੁਛ ਨਹੀਂ ਕਰ ਸਕਿਆ। ਔਰ ਜੋ ਇੱਕ ਨਬੀ ਸੀ, ਜੋ ਸੱਚਮੁੱਚ ਇੱਕ ਨਬੀ ਸੀ, ਕੁਛ ਨਹੀਂ ਕਰ ਸਕਿਆ, ਤਾਂ ਮੈਂ ਕੀ ਕਰ ਸਕਦਾ? ਨਥਾਨ ਕੀ ਕਰ ਸਕਦਾ? ਜਾਂ ਕੋਈ ਹੋਰ ਨਬੀ ਕੀ ਕਰ ਸਕਦਾ? ਜਾਂ ਮਹਾਪੁਰਖ ਜਿਹੜੇ ਤੁਰੇ ਫਿਰਦੇ ਕੀ ਕਰ ਸਕਦੇ? ਕੁਛ ਨਹੀਂ ਕਰ ਸਕਦੇ। ਮੇਰੇ ਪਾਪਾਂ ਦੇ ਵੱਲੋਂ ਆਪਣਾ ਮੂੰਹ ਮੋੜ ਲਾ ਅਤੇ ਮੇਰੀ ਸਭ ਬੁਰਾਈ ਦੂਰ ਕਰ। हे ਪਰਮੇਸ਼ਰ, ਤੂੰ ਮੇਰੇ ਅੰਦਰ ਸ਼ੁੱਧ ਮਨ ਪੈਦਾ ਕਰ। ਇਸ ਮੱਕਾਰ ਨੂੰ ਮੇਰੇ ਅੰਦਰੋਂ ਕੱਢ। ਇਸ ਮੱਕਾਰ ਨੂੰ ਮੇਰੇ ਅੰਦਰੋਂ ਕੱਢ। ਮੇਰੇ ਅੰਦਰ ਸ਼ੁੱਧ ਮਨ ਪੈਦਾ ਕਰ। ਨਵੀਂ ਅਤੇ ਮਜ਼ਬੂਤ ਆਤਮਾ ਮੇਰੇ ਅੰਦਰ ਪਾ। ਤੂੰ ਮੈਨੂੰ ਆਪਣੇ ਸਾਹਮਣਿਓਂ ਦੂਰ ਨਾ ਕਰ। ਤੇਰਾ ਫੈਸਲਾ ਸੱਚਾ ਹੈ, ਤੇਰਾ ਨਿਆਂ ਵੀ ਸੱਚਾ ਹੈ ਜੋ ਤੂੰ ਲਾਏਂਗਾ, ਪਰ ਮੈਨੂੰ ਆਪਣੇ ਸਾਹਮਣਿਓਂ ਦੂਰ ਨਾ ਕਰ। ਮੈਨੂੰ ਆਪਣੇ ਸਾਹਮਣਿਓਂ ਦੂਰ ਨਾ ਕਰ ਅਤੇ ਨਾ ਹੀ ਮੇਰੇ ਕੋਲੋਂ ਆਪਣੀ ਪਵਿੱਤਰ ਆਤਮਾ ਲੈ।
ਉਸ ਨੂੰ ਪਤਾ ਸਾਊਲ ਦਾ ਹਾਲ ਕੀ ਹੋਇਆ ਸੀ ਜਿਹੜੇ ਪ੍ਰਭੂ ਨੇ ਆਪਣਾ ਪਵਿੱਤਰ ਆਤਮਾ ਲੈ ਲਿਆ ਸੀ ਔਰ ਉਸ ਦੇ ਉੱਤੇ ਬੁਰੀ ਆਤਮਾ ਘੱਲੀ ਸੀ। ਕਿਉਂਕਿ ਵਚਨ ਨੂੰ ਜਿਸ ਲਈ ਅਸੀਂ ਇਹਦੀ ਗਹਿਰਾਈ ਦੇ ਵਿੱਚ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਗਹਿਰਾਈ ਕਿਹੜੀ ਗਹਿਰਾਈ ਹੈ, ਜਿਸ ਲਈ ਇਹਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਤਾਂ ਸਾਨੂੰ ਸਮਝ ਆ ਜਾਂਦੀ ਹੈ ਕਿ ਸਭ ਚੰਗੀਆਂ ਬੁਰੀਆਂ ਆਤਮਾ ਪ੍ਰਭੂ ਦੇ ਅਧੀਨ ਆ। ਅਸੀਂ ਉਹਨਾਂ ਨੂੰ ਕੁਛ ਆਤਮਾ ਨੂੰ ਸ਼ੈਤਾਨ ਦੇ ਅਧੀਨ ਕੀਤਾ ਹੈ, ਉਹਨਾਂ ਨੂੰ ਇਹਦੇ ਅਧੀਨ ਕੀਤਾ, ਨੂੰ ਸਭ ਕੁਝ ਉਹਦੇ ਅਧੀਨ, ਸਭ ਕੁਝ ਉਹਦੇ ਅਧੀਨ, ਜਿਸ ਤੇ ਚਾਹੇ ਜੋ ਚਾਹੇ ਉਹ ਕਹੇਗਾ। ਤੂੰ ਮੈਨੂੰ ਆਪਣੇ ਸਾਹਮਣਿਓਂ ਦੂਰ ਨਾ ਕਰ, ਨਾ ਮੇਰੇ ਕੋਲੋਂ ਆਪਣਾ ਪਵਿੱਤਰ ਆਤਮਾ ਲੈ, ਆਪਣੀ ਮੁਕਤੀ ਦਾ ਆਨੰਦ ਮੈਨੂੰ ਫਿਰ ਦੇ, ਆਪਣੀ ਮੁਕਤੀ ਦਾ ਆਨੰਦ ਮੈਨੂੰ ਫਿਰ ਦੇ। ਉਹ ਜਿਸ ਮੁਕਤੀ ਦੇ ਲਈ ਜਿਸ ਅਸੀਂ ਉਹਦੇ ਜ਼ਬੂਰ ਪੜ੍ਹਦੇ ਸੀ ਤਾਂ ਮੁਕਤੀ 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 ਗਾਉਂਦਾ ਸੀ, ਉਹਦਾ ਜਿਹੜਾ ਆਨੰਦ ਆ ਜਾਂਦਾ ਲੱਗਾ। ਉਹ ਜਿਹੜਾ ਹਵਾ ਦੇ ਵਿੱਚ ਉੱਡਿਆ ਫਿਰਦਾ ਸੀ ਨਾ, ਉਹ ਗਏ ਆਏ, ਉਹ ਖੰਭ ਟੁੱਟ ਗਏ। ਵੱਡ ਸਿੱਟੇ ਪਾਪ, ਬਹੁਤ ਬੁਰੀ ਹਾਲਤ ਕਰਦਾ ਬੰਦੇ ਦੀ। ਮੁਕਤੀ ਦਾ ਆਨੰਦ ਮੈਨੂੰ ਫਿਰ ਦੇ, ਉਹ ਖਤਮ ਆ। ਮੁਕਤੀ ਦਾ ਆਨੰਦ ਮੈਨੂੰ ਫਿਰ ਦੇ ਅਤੇ ਆਪਣੀ ਆਤਮਾ ਦੇ ਨਾਲ ਤੂੰ ਮੈਨੂੰ ਫਿਰ ਸੰਭਾਲ। ਤਦ ਮੈਂ ਅਪਰਾਧੀਆਂ ਨੂੰ ਤੇਰੇ ਬਾਰੇ ਸਿਖਾਵਾਂਗਾ ਅਤੇ ਪਾਪੀ ਤੇਰੇ ਵੱਲ ਮੁੜਨਗੇ। ਕਿੱਥੇ ਮੈਂ ਪਾਪੀਆਂ ਦੇ ਵਿੱਚ ਬੈਠੂੰਗਾ ਨਹੀਂ, ਮੈਂ ਉਹਨਾਂ ਦੇ ਲਾਗੇ ਨਹੀਂ ਜਾਊਂਗਾ, ਮੈਂ ਉਹਨਾਂ ਨਾਲ ਗੱਲ ਨਹੀਂ ਕਰੂੰਗਾ। ਹੁਣ ਦਾਊਦ ਨੂੰ ਪਤਾ ਲੱਗਾ, ਹੁਣ ਦਾਊਦ ਦੇ ਅੰਦਰ ਨਮਰਤਾ ਆਉਣੀ ਸ਼ੁਰੂ ਹੋਈ ਹੈ। ਹੁਣ ਦਿਲ ਨਮਰ ਹੋਇਆ। ਇਸੇ हे ਮੇਰੇ ਮੁਕਤੀ ਦਾਤਾ ਪਰਮੇਸ਼ਵਰ, ਤੂੰ ਖੂਨ ਦੇ ਦੋਸ਼ ਤੋਂ ਮੈਨੂੰ ਛੁਡਾ, ਤਦ ਮੈਂ ਛੁਟਕਾਰੇ ਦੇ ਲਈ ਉੱਚੀ ਆਵਾਜ਼ ਨਾਲ ਤੇਰੀ ਮਹਿਮਾ ਕਰਾਂਗਾ। हे ਪ੍ਰਭੂ, ਤੂੰ ਮੇਰਾ ਮੂੰਹ ਖੋਲ, ਮੈਂ ਤੇਰੀ ਮਹਿਮਾ ਕਰਾਂਗਾ। ਮੂੰਹ ਬੰਦ ਹੋ ਗਿਆ, ਤਾਲਾ ਲੱਗ ਗਿਆ। ਸ਼ੁਕਰੀਆ। ਜਿਹੜਾ ਧੰਨ ਪ੍ਰਭੂ ਦਾ ਕਰਦਾ ਫਿਰਦਾ ਸੀ, ਬੰਦ ਹੋ ਗਿਆ, ਖਤਮ। ਕੌਣ? ਤੂੰ ਨਾ ਤਾਂ ਬਲੀ ਤੋਂ ਖੁਸ਼ ਹੁੰਨਾ ਹੈ, ਸਾਊਲ ਨੇ ਦਿੱਤੀਆਂ ਸੀ। ਤੂੰ ਨਾ ਬਲੀ ਤੋਂ ਖੁਸ਼ ਹੁੰਨਾ ਹੈ ਅਤੇ ਨਾ ਹੀ ਹੋਮ ਬਲੀ ਦਾ ਚਾਹਵਾਨ ਹੈ, ਨਹੀਂ ਤਾਂ ਮੈਂ ਚੜਾਉਂਦਾ। ਪਰਮੇਸ਼ਰ ਦਾ ਦੀ ਬਲੀ ਦਾ ਟੁੱਟਾ ਮਨ ਹੈ। ਸੱਚਾਈ ਔਰ ਸਪਸ਼ਟਤਾ ਔਰ ਅੰਤ ਕਰਨ ਦੀ ਨਮਰਤਾ ਦੇ ਨਾਲ ਜਿਹੜਾ ਮਾਫੀ ਮੰਗਦਾ, ਉਹਨੂੰ ਮਾਫੀ ਮਿਲਦੀ। 4 ਅੱਖਰ ਬੋਲ ਕੇ ਮਾਫੀ ਨਹੀਂ ਮਿਲਦੀ। ਅੰਤ ਕਰਨ, ਤੋੜਨਾ ਜ਼ਰੂਰੀ। ਪਰਮੇਸ਼ਰ ਦੀ ਬਲੀ ਤਾਂ ਟੁੱਟਾ ਮਨ ਹੈ। हे ਮੇਰੇ ਪਰਮੇਸ਼ਰ, ਤੂੰ ਟੁੱਟੇ ਤੇ ਦੀਨ ਮਨ ਦੇ ਵੱਲੋਂ ਮੂੰਹ ਨਹੀਂ ਮੋੜਦਾ। हे ਪਰਮੇਸ਼ਰ, ਸਿਯੋਨ ਤੇ ਦਇਆ ਕਰ, ਯਰੂਸ਼ਲਮ ਦੀਆਂ ਕੰਧਾਂ ਮਜ਼ਬੂਤ ਕੰਧਾਂ ਨੂੰ ਫਿਰ ਖੜਿਆਂ ਕਰ। ਫਿਰ ਤੂੰ ਸੱਚਾਈ ਤੇ ਆਧਾਰਿਤ ਬਲੀਦਾਨਾਂ ਤੋਂ ਖੁਸ਼ ਹੋਵੇਂਗਾ, ਅਰਥਾਤ ਹੋਮ ਅਤੇ ਪੂਰਨ ਹੋਮ ਬਲੀਆਂ ਤੋਂ। ਉਸ ਸਮੇਂ ਲੋਕ ਤੇਰੀ ਬੇਦੀ ਤੇ ਬਲਦ ਚੜਾਉਣਗੇ। ਉਸਨੂੰ ਪਤਾ ਕਿ ਇਹ ਕੰਧਾਂ ਹੀ ਖੜੀਆਂ ਹੋਣ ਆਲੇ ਦੁਆਲੇ, ਪਰ ਰਾਖੀ ਜਾਂਦੀ ਰਹੀ, ਰਾਖੀ ਜਾਂਦੀ। ਤਾਂ ਪ੍ਰਭੂ ਨਥਾਨ ਦੇ ਨਾਲ ਫਿਰ ਬੋਲਿਆ। ਪ੍ਰਭੂ ਨੇ
ਉਸ ਦੀ ਦੁਆ ਨੂੰ ਸੁਣਿਆ, ਆਪਣੀ ਦਇਆ ਦੇ ਕਰਕੇ, ਆਪਣੀ ਕਿਰਪਾ ਦੇ ਕਰਕੇ ਔਰ ਮਸੀਹ ਦੇ ਲਹੂ ਦੇ ਕਰਕੇ ਉਸ ਦੇ ਉੱਤੇ ਉਸਨੇ ਕਿਰਪਾ ਕੀਤੀ। ਪਰ ਹਾਲੇ ਜੋ ਨਥਾਨ ਨੇ ਹੁਣ ਉਸਨੂੰ ਅੱਗੇ ਕਹਿਣਾ, ਆਓ ਉਸਨੂੰ ਦੇਖੀਏ। 13 ਤੋਂ ਲੈ ਕੇ ਹੁਣ 16 ਆਇਤ ਤੱਕ ਕੋਈ ਜਣਾ ਪੜ੍ਹਦਾ ਹੈ। ਦਾਊਦ ਨੇ ਕਿਹਾ, ਮੈਂ ਸੱਚਮੁੱਚ ਪ੍ਰਭੂ ਦੇ ਵਿਰੁੱਧ ਪਾਪ ਕੀਤਾ ਹੈ। ਨਥਾਨ ਨੇ ਉੱਤਰ ਦਿੱਤਾ, ਪ੍ਰਭੂ ਨੇ ਤੈਨੂੰ ਤੇਰਾ ਪਾਪ ਮਾਫ ਕਰ ਦਿੱਤਾ ਹੈ, ਇਸ ਲਈ ਤੂੰ ਨਹੀਂ ਮਰੇਗਾ। ਪਰ ਕਿਉਂਕਿ ਤੂੰ ਇਹ ਕਰਕੇ ਪ੍ਰਭੂ ਦੀ ਨਿੰਦਾ ਦਾ ਕਾਰਨ ਬਣਿਆ ਹੈ, ਸੋ ਤੇਰਾ ਹੋਣ ਵਾਲਾ ਬੱਚਾ ਨਹੀਂ ਬਚੇਗਾ। ਇਹ ਕਹਿ ਕੇ ਨਥਾਨ ਆਪਣੇ ਘਰ ਚਲਾ ਗਿਆ। ਆਮੀਨ। ਇੱਥੇ ਤੱਕ ਹੀ ਪੜ੍ਹਨਾ ਪਾਸਟਰ ਜੀ? ਅੱਗੇ ਵੀ ਪੜ੍ਹਦੇ ਹੋ, 16 ਤੱਕ ਪੜ੍ਹਦੇ ਹੋ। ਓਕੇ ਜੀ। ਦਾਊਦ ਦੇ ਪੁੱਤਰ ਦੀ ਮੌਤ। ਤਦ ਪ੍ਰਭੂ ਨੇ ਉਸ ਬੱਚੇ ਨੂੰ ਬਹੁਤ ਬਿਮਾਰ ਕਰ ਦਿੱਤਾ ਜਿਸ ਨੂੰ ਦਾਊਦ ਦੇ ਲਈ ਬਤਸ਼ਬਾ ਨੇ ਜਨਮ ਦਿੱਤਾ ਸੀ। ਸੋ ਦਾਊਦ ਨੇ ਪਰਮੇਸ਼ਰ ਦੇ ਅੱਗੇ ਬੱਚੇ ਦੇ ਚੰਗੇ ਹੋਣ ਲਈ ਪ੍ਰਾਰਥਨਾ ਕੀਤੀ। ਉਸਨੇ ਖਾਣਾ ਪੀਣਾ ਛੱਡ ਦਿੱਤਾ ਤੇ ਸਾਰੀ ਰਾਤ ਬੱਚੇ ਦੇ ਕਮਰੇ ਵਿੱਚ ਜਾ ਕੇ ਜ਼ਮੀਨ ਉੱਤੇ ਬੈਠਾ ਰਹਿੰਦਾ ਸੀ। ਆਮੀਨ। ਸੋ ਉੱਥੇ ਬੈਠਾ ਪ੍ਰਭੂ ਦੇ ਅੱਗੇ ਉਹ ਦੁਆ ਲਗਾਤਾਰ ਕਰਦਾ ਰਹਿੰਦਾ ਸੀ। ਸਾਮ 6 ਔਰ ਸਾਮ 32। ਆਓ ਇਹਨਾਂ ਦੋ ਜ਼ਬੂਰਾਂ ਨੂੰ ਦੇਖੀਏ। ਉਦਾਂ ਅਸੀਂ ਜਿਹੜੇ ਜ਼ਬੂਰ ਮੋਸਟਲੀ ਅੱਗੇ ਪਿੱਛੇ ਪੜ੍ਹਦੇ ਹੁੰਦੇ ਆ, ਪਰ ਇਹ ਜਿਹੜੇ ਸਾਮ ਆ ਦੇ ਰੀਲੀ ਫਿਟ। ਇੱਥੇ ਲਿਖ ਵੀ ਲਓ ਤੁਸੀਂ 16 ਦੇ ਉੱਤੇ ਸਾਮ 6 ਔਰ ਸਾਮ 32। ਮੈਂ ਪੜ੍ਹਦਾ ਪਾਸਟਰ ਜੀ। ਦੁੱਖ ਦੇ ਦੀ ਪ੍ਰਾਰਥਨਾ। हे ਪ੍ਰਭੂ, ਤੂੰ ਕ੍ਰੋਧ ਨਾਲ ਮੈਨੂੰ ਨਾ ਝਾੜ, ਤੂੰ ਗੁੱਸੇ ਨਾਲ ਮੈਨੂੰ ਨਾ ਤਾੜ। हे ਪ੍ਰਭੂ, ਮੈਂ ਤਾਂ ਮੁਰਝਾ ਚੱਲਿਆ ਹਾਂ, ਤੂੰ ਮੇਰੇ ਤੇ ਆਪਣੀ ਦਇਆ ਕਰ। ਮੈਂ ਤਾਂ ਬਿਲਕੁਲ ਨਿਢਾਲ ਹੋ ਚੁੱਕਾ ਹਾਂ, ਤੂੰ ਮੈਨੂੰ ਚੰਗਿਆਂ ਕਰ। ਮੇਰੀ ਜਾਨ ਵੀ ਬਹੁਤ ਦੁਖੀ ਹੋ ਚੁੱਕੀ ਹੈ। हे ਪ੍ਰਭੂ, ਤੂੰ ਕਦ ਤੱਕ ਮੇਰੇ ਤੋਂ ਦੂਰ ਰਹੇਂਗਾ? ਪ੍ਰਭੂ, ਤੂੰ ਆ ਮੇਰੀ ਜਾਨ ਬਚਾ। ਤੂੰ ਆਪਣੀ ਦਇਆ ਦੇ ਕਾਰਨ ਮੇਰੀ ਸੁਰੱਖਿਆ ਕਰ। ਮੌਤ ਆਉਣ ਤੇ ਤੇਰਾ ਸਿਮਰਨ ਨਹੀਂ ਹੋ ਸਕਦਾ। ਕਿ ਮਰਿਆਂ ਦੇ ਸੰਸਾਰ ਵਿੱਚ ਤੇਰਾ ਕੋਈ ਧੰਨਵਾਦ ਕਰ ਸਕਦਾ ਹੈ? ਮੈਂ ਕਰਹਾਉਂਦਿਆਂ ਕਰਹਾਉਂਦਿਆਂ ਥੱਕ ਗਿਆ ਹਾਂ। ਹਰ ਰਾਤ ਮੇਰਾ ਵਿਛੋੜਾ ਹੰਝੂਆਂ ਨਾਲ ਭਰਿਆ ਹੁੰਦਾ ਹੈ। ਮੇਰਾ ਮੰਜਾ ਇਹਨਾਂ ਦੇ ਵਿੱਚ ਡੁੱਬ ਜਾਂਦਾ ਹੈ। ਮੇਰੀਆਂ ਅੱਖਾਂ ਵਿੱਚ ਧੁੰਦਲਾਪਨ ਆ ਗਿਆ ਹੈ ਅਤੇ ਮੇਰੇ ਵੈਰੀਆਂ ਦੇ ਕਾਰਨ ਇਹ ਕਮਜ਼ੋਰ ਹੋ ਚੁੱਕੀਆਂ ਹਨ। ਸਭ ਤਰ੍ਹਾਂ ਦੇ ਬੁਰੇ ਕੰਮ ਕਰਨ ਵਾਲਿਓ, ਮੇਰੇ ਤੋਂ ਦੂਰ ਹੋ ਜਾਵੋ। ਪ੍ਰਭੂ ਨੇ ਮੇਰੇ ਰੋਣ ਦੀ ਆਵਾਜ਼ ਸੁਣ ਲਈ ਹੈ। ਪ੍ਰਭੂ ਨੇ ਮੇਰੀ ਬੇਨਤੀ ਸੁਣ ਲਈ ਹੈ। ਉਸਨੇ ਮੇਰੀ ਪ੍ਰਾਰਥਨਾ ਵੀ ਸਵੀਕਾਰ ਕਰ ਲਈ ਹੈ। ਮੇਰੇ ਸਭ ਵੈਰੀ ਸ਼ਰਮਿੰਦੇ ਹੋਣਗੇ, ਉਹ ਬਹੁਤ ਦੁਖੀ ਹੋ ਉੱਠਣਗੇ। ਛੇਤੀ ਉਹ ਪਿੱਛੇ ਧਕੇਲ ਦਿੱਤੇ ਜਾਣਗੇ ਅਤੇ ਅਪਮਾਨਿਤ ਹੋਣਗੇ। ਆਵਾਜ਼ਾਂ ਸੁਣਦੀਆਂ ਪਈਆਂ ਇਸ ਲਈ ਲਾਨਤ ਪੈ ਰਹੀ ਹੈ ਹਰ ਪਾਸਿਓਂ, ਔਰ ਪ੍ਰਭੂ ਦੇ ਅੱਗੇ ਬੈਠਾ ਰੋ ਰਿਹਾ। ਉਹਦੀਆਂ ਅੱਖਾਂ ਦੇ ਵਿੱਚ ਨੀਂਦ ਨਹੀਂ। ਆਪਣੇ ਪ੍ਰਭੂ ਦੇ ਲਈ ਉਹ ਜਿਹੜਾ ਪਹਿਲਾ ਪਿਆਰ ਆ ਉਹ ਲੱਭਦਾ ਪਿਆ, ਉਸ ਨੂੰ ਲੱਭਦਾ ਪਿਆ। 32 ਜ਼ਬੂਰ ਉਹ ਧਨ ਹੈ ਜਿਸ ਦੇ ਅਪਰਾਧ ਮਾਫ ਹੋ ਚੁੱਕੇ ਹਨ, ਜਿਸ ਦਾ ਪਾਪ ਢੱਕਿਆ ਜਾ ਚੁੱਕਿਆ ਹੈ। ਉਹ ਮਨੁੱਖ ਧਨ ਹੈ ਜਿਸ ਨੂੰ ਪ੍ਰਭੂ ਦੋਸ਼ੀ ਨਹੀਂ ਠਹਿਰਾਉਂਦਾ, ਜਿਸ ਦੇ ਦਿਲ ਵਿੱਚ ਕੋਈ ਕਪਟ ਨਹੀਂ। ਜਿਸ ਦਿਨ ਵੀ ਮੈਂ ਆਪਣਾ ਪਾਪ ਸਵੀਕਾਰ ਨਾ ਕੀਤਾ, ਉਸ ਦਿਨ ਹੀ ਮੇਰਾ ਸਰੀਰ ਮੇਰੇ ਕਰਾਉਣ ਨਾਲ ਬੇਜਾਨ ਹੋ ਗਿਆ। ਤਦ ਤੇਰਾ ਹੱਥ ਦਿਨ ਰਾਤ ਮੇਰੇ ਤੇ ਭਾਰਾ ਰਿਹਾ, ਮੇਰਾ ਬਲ ਘਟ ਗਿਆ, ਜਿਸ ਤਰ੍ਹਾਂ ਗਰਮ ਰੁੱਤ ਦੀ ਗਰਮੀ ਨਾਲ ਹੋ ਗਿਆ ਹੋਵੇ। ਤਦ ਮੈਂ ਆਪਣਾ ਪਾਪ ਤੇਰੇ ਸਾਹਮਣੇ ਸਵੀਕਾਰ ਕੀਤਾ, ਮੈਂ ਆਪਣਾ ਕੋਈ ਅਪਰਾਧ ਨਾ ਛੁਪਾਇਆ। ਮੈਂ ਆਪਣੇ ਦਿਲ ਨਾਲ ਇਹ ਫੈਸਲਾ ਕੀਤਾ, ਮੈਂ ਆਪਣੇ ਅਪਰਾਧ ਪ੍ਰਭੂ ਦੇ ਸਾਹਮਣੇ ਮੰਨਾਂਗਾ ਅਤੇ ਤੂੰ ਮੇਰਾ ਪਾਪ ਮਾਫ ਕਰ ਦਿੱਤਾ। ਤੇਰੇ ਮਿਲਣ ਤੋਂ ਤੇਰਾ ਹਰ ਭਗਤ ਤੇਰੇ ਅੱਗੇ ਪ੍ਰਾਰਥਨਾ ਕਰੇ, ਤਦ ਉਸ ਤੱਕ ਭਿਅੰਕਰ ਦੁੱਖ ਦੇ ਹੜ ਨਹੀਂ ਪਹੁੰਚ ਸਕਣਗੇ। ਤੂੰ ਮੇਰੇ ਲੁਕਣ ਦੀ ਥਾਂ ਹੈ, ਤੂੰ ਮੇਰਾ ਦੁੱਖ ਤੋਂ ਬਚਾ ਕਰਦਾ ਹੈ, ਤੂੰ ਮੁਕਤੀ ਦੇ ਆਨੰਦ ਨਾਲ ਮੈਨੂੰ ਭਰ ਦੇਵੇਂਗਾ। ਪ੍ਰਭੂ ਨੇ ਉੱਤਰ ਵਿੱਚ ਕਿਹਾ, ਮੈਂ ਤੈਨੂੰ ਉਸ ਰਾਹ ਦੇ ਬਾਰੇ ਸਿਖਾਵਾਂਗਾ ਜਿਸ ਤੇ ਤੈਨੂੰ ਚੱਲਣਾ ਚਾਹੀਦਾ ਹੈ।
ਮੈਂ ਤੈਨੂੰ ਆਪਣੇ ਸਾਹਮਣੇ ਸਲਾਹ ਦੇਵਾਂਗਾ। ਤੁਸੀਂ ਘੋੜੇ ਜਾਂ ਖੱਚਰ ਦੀ ਤਰ੍ਹਾਂ ਨਾ ਸਮਝ ਨਾ ਬਣੋ। ਉਹ ਲਗਾਮ ਅਤੇ ਵਾਗ ਨਾਲ ਹੀ ਕਾਬੂ ਵਿੱਚ ਰਹਿੰਦੇ ਹਨ। ਦੁਸ਼ਟ ਨੂੰ ਕਈ ਤਰ੍ਹਾਂ ਦੇ ਰੋਗ ਲੱਗੇ ਰਹਿੰਦੇ ਹਨ, ਪਰ ਪ੍ਰਭੂ ਤੇ ਭਰੋਸਾ ਰੱਖਣ ਵਾਲੇ ਨੂੰ ਉਸ ਦੀ ਦਇਆ ਬਚਾਈ ਰੱਖਦੀ ਹੈ। ਹੇ ਧਰਮੀਓ, ਪ੍ਰਭੂ ਦੀ ਸੰਗਤ ਵਿੱਚ ਆਨੰਦਿਤ ਹੋਵੋ। ਹੇ ਸਾਫ਼ ਦਿਲੋਂ ਖੁਸ਼ੀ ਦਾ ਨਾਅਰਾ ਮਾਰੋ। ਸਾਫ਼ ਦਿਲੋਂ ਖੁਸ਼ੀ ਦਾ ਨਾਅਰਾ ਮਾਰੋ। ਸਾਫ਼ ਦਿਲ ਉਹ ਨਹੀਂ ਹੁੰਦਾ ਜਿਹੜਾ ਪਾਪ ਨਹੀਂ ਕਰਦਾ। ਸਾਫ਼ ਦਿਲ ਉਹ ਹੁੰਦਾ ਜਿਹੜਾ ਪੂਰੀ ਸਫਾਈ ਦੇ ਨਾਲ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਂਦਾ ਔਰ ਆਪਣੇ ਪਾਪ ਨੂੰ ਪ੍ਰਭੂ ਦੇ ਅੱਗੇ ਰੱਖਦਾ, ਚਾਹੇ ਨਿੱਕੇ ਤੋਂ ਨਿੱਕਾ ਹੋਵੇ, ਚਾਹੇ ਸੋਚ ਹੋਵੇ। ਜਿਸ ਲਈ ਪਾਪ ਨੂੰ ਸੋਚ ਤੋਂ ਫੜ ਲਿਆ ਜਾਂਦਾ ਨਾ, ਅੱਖਾਂ ਦੇਖਦੀਆਂ ਜਾਂ ਕੰਨ ਸੁਣਦੇ ਆ ਕਿ ਸੋਚ, ਫਿਰ ਉਹ ਸੋਚ ਬਣਦੀ ਆ ਤੇ ਉਹਨੂੰ ਉੱਥੇ ਹੀ ਨੱਪ ਲਿਆ ਜਾਏ, ਉਹਨੂੰ ਉੱਥੇ ਹੀ, ਕਿਉਂਕਿ ਉੱਥੋਂ ਪਤਾ ਲੱਗ ਗਿਆ ਕਿ ਜੇ ਅੱਖਾਂ ਨੇ ਦੇਖ ਕੇ ਸੋਚ ਵਿੱਚ ਆ ਗਿਆ ਤੇ ਪਾਪ ਹੈਗਾ, ਪਾਪ ਆ ਗਿਆ, ਅੰਦਰ ਬਣ ਗਿਆ, ਉਹਨੇ ਸ਼ੁਰੂ ਕਰ ਲਿਆ, ਜਿਹੜਾ ਕੱਢਣੀਆਂ ਸ਼ੁਰੂ ਕਰ ਲਈਆਂ, ਉੱਥੇ ਹੀ ਪ੍ਰਭੂ ਦੇ ਅੱਗੇ ਰੱਖ, ਉੱਥੇ ਹੀ ਪ੍ਰਭੂ ਦੇ ਅੱਗੇ ਰੱਖ ਦਿਓ, ਫਿਰ ਪ੍ਰਭੂ ਸਾਫ਼ ਕਰ ਦਿੰਦਾ। ਇਸ ਤਰ੍ਹਾਂ ਅਸੀਂ ਸਾਫ਼ ਦਿਲ, ਕਿਉਂਕਿ ਉਹ ਸਾਫ਼ ਕਰਦਾ। ਠੀਕ, ਆਓ ਪ੍ਰਭੂ ਦੇ ਬਚਨ ਦੇ ਵਿੱਚੋਂ ਹੁਣ ਅਸੀਂ ਵਾਪਸ ਉੱਥੇ ਚਲੀਏ ਔਰ ਅਸੀਂ ਜਾਵਾਂਗੇ 32 ਜ਼ਬੂਰ ਤੋਂ ਬਾਅਦ ਅਸੀਂ 17 ਤੋਂ ਲੈ ਕੇ ਇਸ ਚੈਪਟਰ ਨੂੰ ਅਸੀਂ 25 ਤਾਈਂ ਦੇਖਾਂਗੇ। ਪਹਿਲਾਂ ਮੈਂ ਪੜ੍ਹ ਦਿੰਦੀ ਪਾਸਟਰ ਜੀ। ਉਸਦੇ ਦਰਬਾਰੀ ਜਾ ਕੇ ਉਸਨੂੰ ਉੱਠ ਕੇ ਕੁਝ ਖਾਣ ਲਈ ਕਹਿੰਦੇ, ਪਰ ਉਹ ਉਹਨਾਂ ਦਾ ਕਹਿਣਾ ਨਾ ਮੰਨਦਾ ਅਤੇ ਕੁਝ ਨਹੀਂ ਖਾਂਦਾ ਸੀ। ਪਰ ਅੰਤ ਵਿੱਚ 1 ਸਪਤਾਹ ਦੇ ਪਿੱਛੋਂ ਉਹ ਬੱਚਾ ਮਰ ਗਿਆ ਅਤੇ ਦਾਊਦ ਦੇ ਦਰਬਾਰੀ ਉਸਨੂੰ ਇਹ ਖਬਰ ਦੇਣ ਤੋਂ ਡਰਦੇ ਸਨ। ਉਹ ਕਹਿੰਦੇ ਸਨ, ਜਦੋਂ ਬੱਚਾ ਜਿਉਂਦਾ ਸੀ ਤਾਂ ਰਾਜਾ ਨੇ ਸਾਡੀ ਨਾ ਸੁਣੀ, ਫਿਰ ਬੱਚੇ ਦੇ ਮਰਨ ਦੀ ਅਸੀਂ ਉਸਨੂੰ ਕਿਸ ਤਰ੍ਹਾਂ ਖਬਰ ਦੇ ਸਕਦੇ ਹਾਂ? ਹੋ ਸਕਦਾ ਹੈ ਕਿ ਇਸ ਖਬਰ ਦੇ ਮਿਲਣ ਤੇ ਉਹ ਆਪਣੇ ਆਪ ਦਾ ਹੀ ਕੋਈ ਨੁਕਸਾਨ ਕਰ ਬੈਠੇ। ਪਰ ਜਦੋਂ ਦਾਊਦ ਨੇ ਆਪਣੇ ਦਰਬਾਰੀਆਂ ਨੂੰ ਆਪੋ ਵਿੱਚ ਕੁਸਰ-ਮੁਸਰ ਕਰਦੇ ਦੇਖਿਆ ਤਾਂ ਉਹ ਜਾਣ ਗਿਆ ਕਿ ਬੱਚਾ ਮਰ ਗਿਆ ਹੈ। ਸੋ ਉਸਨੇ ਉਹਨਾਂ ਤੋਂ ਪੁੱਛਿਆ ਕਿ ਬੱਚਾ ਮਰ ਗਿਆ ਹੈ? ਉਹਨਾਂ ਨੇ ਉੱਤਰ ਦਿੱਤਾ, ਹਾਂ। ਤਦ ਦਾਊਦ ਨੇ ਜ਼ਮੀਨ ਤੋਂ ਉੱਠ ਕੇ ਇਸ਼ਨਾਨ ਕੀਤਾ, ਆਪਣੇ ਵਾਲ ਬਣਾਏ ਅਤੇ ਕੱਪੜੇ ਬਦਲੇ। ਇਹ ਕਰਕੇ ਉਸਨੇ ਮੰਦਿਰ ਦੇ ਵਿੱਚ ਜਾ ਕੇ ਪਰਮੇਸ਼ਵਰ ਦੀ ਆਰਾਧਨਾ ਕੀਤੀ। ਫਿਰ ਉਸਨੇ ਮਹਿਲ ਵਿੱਚ ਆ ਕੇ ਭੋਜਨ ਪਰੋਸਣ ਲਈ ਕਿਹਾ ਤੇ ਜਦੋਂ ਉਹਨਾਂ ਪਰੋਸ ਦਿੱਤਾ, ਉਸਨੇ ਭੋਜਨ ਖਾਧਾ। ਇਸ ਤੇ ਉਸਦੇ ਦਰਬਾਰੀ ਬੋਲੇ, ਸਾਨੂੰ ਸਮਝ ਨਹੀਂ, ਜਦੋਂ ਬੱਚਾ ਜਿਉਂਦਾ ਸੀ ਤੁਸੀਂ ਰੋਏ ਵੀ ਅਤੇ ਕੁਝ ਨਾ ਖਾਧਾ, ਪਰ ਬੱਚੇ ਦੇ ਮਰਨ ਪਿੱਛੋਂ ਤੁਸੀਂ ਉੱਠੇ ਹੋ ਅਤੇ ਭੋਜਨ ਵੀ ਕੀਤਾ ਹੈ। ਦਾਊਦ ਨੇ ਉੱਤਰ ਦਿੱਤਾ, ਹਾਂ, ਇਹ ਠੀਕ ਹੈ। ਉਸਦੇ ਜਿਉਂਦਿਆਂ ਮੈਂ ਵਰਤ ਰੱਖਿਆ ਤੇ ਰੋਇਆ ਵੀ। ਮੈਂ ਸੋਚਿਆ ਸੀ ਕਿ ਸ਼ਾਇਦ ਪ੍ਰਭੂ ਮੇਰੇ ਉੱਤੇ ਤਰਸ ਖਾਵੇ ਅਤੇ ਬੱਚੇ ਨੂੰ ਮਰਨ ਤੋਂ ਬਚਾ ਲਵੇ, ਪਰ ਹੁਣ ਤਾਂ ਉਹ ਮਰ ਹੀ ਗਿਆ ਹੈ। ਫਿਰ ਮੈਂ ਕਿਉਂ ਵਰਤ ਰੱਖਾਂ? ਕਿ ਮੈਂ ਬੱਚੇ ਨੂੰ ਦੁਬਾਰਾ ਜਿਉਂਦਾ ਕਰ ਸਕਦਾ ਹਾਂ? ਮੈਂ ਹੀ ਇੱਕ ਦਿਨ ਉਸ ਕੋਲ ਚਲਾ ਜਾਵਾਂਗਾ, ਕਿਉਂਕਿ ਉਹ ਮੇਰੇ ਕੋਲ ਹੁਣ ਨਹੀਂ ਆ ਸਕਦਾ। ਸੁਲੇਮਾਨ ਦਾ ਜਨਮ। ਫਿਰ ਦਾਊਦ ਨੇ ਜਾ ਕੇ ਆਪਣੀ ਪਤਨੀ ਬਤਸ਼ਬਾ ਨੂੰ ਤਸੱਲੀ ਦਿੱਤੀ। ਤਦ ਉਸਨੇ ਉਹਦੇ ਨਾਲ ਸੰਗ ਕੀਤਾ ਤੇ ਉਸਨੇ ਗਰਭਵਤੀ ਹੋ ਕੇ ਇੱਕ ਪੁੱਤਰ ਨੂੰ ਜਨਮ ਦਿੱਤਾ। ਦਾਊਦ ਨੇ ਆਪਣੇ ਪੁੱਤਰ ਦਾ ਨਾਂ ਸੁਲੇਮਾਨ ਰੱਖਿਆ। ਪ੍ਰਭੂ ਉਸਨੂੰ ਪਿਆਰ ਕਰਦਾ ਸੀ, ਇਸ ਲਈ ਪ੍ਰਭੂ ਨੇ ਨਾਥਾਨ ਨੂੰ ਘੱਲ ਕੇ ਉਸਦਾ ਨਾਂ ਜਦੀਦਾ ਰੱਖਿਆ। ਔਰ ਮਾਫ ਕਰਨਾ, ਜਿਹੜਾ ਸਾਮ 32 ਆ ਉਹ ਇੱਥੇ ਐਕਚੁਅਲੀ ਇੱਥੇ ਆਉਂਦਾ ਹੈ। ਇੱਥੇ ਆ ਕੇ ਉਸਨੇ ਜਿਹੜਾ ਪ੍ਰਭੂ ਦਾ ਧੰਨਵਾਦ ਕੀਤਾ ਕਿ ਧੰਨ ਆ ਉਹ ਇਨਸਾਨ ਜਿਸ ਦਾ ਪਾਪ ਮਾਫ ਹੋ ਚੁੱਕਾ, ਜਿਸ ਦਾ ਗੁਨਾਹ ਢੱਕਿਆ ਜਾ ਚੁੱਕਾ, ਉਹ ਇੱਥੇ ਆਉਂਦਾ। ਔਰ ਇੱਥੇ ਉਸਨੇ ਜਾ ਕੇ ਪ੍ਰਭੂ ਦੀ ਸ਼ੁਕਰਗੁਜ਼ਾਰੀ ਕੀਤੀ, ਕਿਉਂਕਿ ਉਸਨੂੰ ਪਤਾ ਲੱਗ ਗਿਆ ਕਿ ਪ੍ਰਭੂ ਨੇ ਮੇਰੇ ਤੇ ਮੁੜ ਕੇ ਕਿਰਪਾ ਕਰਨੀ ਸ਼ੁਰੂ ਕਰ ਦਿੱਤੀ ਹੈ। ਪ੍ਰਭੂ ਨੇ ਮੇਰਾ ਗੁਨਾਹ ਮਾਫ ਕਰ ਦਿੱਤਾ, ਉਹਨੇ ਮੇਰੇ ਤੇ ਕਿਰਪਾ ਕਰਤੀ, ਮੇਰੇ ਤੇ ਦਇਆ ਕਰ ਦਿੱਤੀ, ਉਸਨੇ ਮੇਰੀ ਮਾਫੀ ਸਵੀਕਾਰ ਕਰ ਲਈ ਔਰ ਉਸਨੇ ਉਸਨੂੰ ਪੁੱਤਰ ਦੀ ਦਾਤ ਦਿੱਤੀ। ਸੋਲੋਮਨ ਪੈਦਾ ਹੋਇਆ। ਇਸ ਵੇਲੇ ਜਿਹੜੇ ਬਾਕੀ ਦੇ ਬੱਚੇ ਆ ਉਸਦੇ, ਜਿਹੜੇ ਉਹਦੇ ਕੋਲ ਹੈਬਰੋਨ ਚ ਪੈਦਾ ਹੋਇਆ, ਉਹਨਾਂ ਦੀ ਉਮਰ 22-23 ਸਾਲ ਦੀ 22-23 ਸਾਲ ਦੇ ਆ, 17 ਤੋਂ ਲੈ ਕੇ 22 ਸਾਲ ਦੇ ਆ। ਔਰ ਇਸ ਵੇਲੇ ਸੋਲੋਮਨ ਹੁਣ ਪੈਦਾ ਹੋਇਆ ਔਰ ਪ੍ਰਭੂ ਇਸਨੇ ਉਹਦਾ ਨਾਂ ਸੁਲੇਮਾਨ ਰੱਖਿਆ। ਪਰ ਪ੍ਰਭੂ ਨੇ ਜਿਹੜਾ ਉਸਦਾ ਨਾਂ ਰੱਖਿਆ, ਉਸਨੇ ਰੱਖਿਆ
ਯਦ ਯਾਦ ਰੱਖਿਆ ਯਹੋਵਾ ਦਾ, ਯਹਵੇ ਦਾ ਪਿਆਰਾ। ਪ੍ਰਭੂ ਨੇ ਸੱਚਮੁੱਚ ਉਸ ਤੇ ਕਿਰਪਾ ਕੀਤੀ। ਇਸ ਕਰਕੇ ਜਿਹੜਾ ਭਜਨ 32 ਇੱਥੇ ਆਉਂਦਾ, ਮੇਰੇ ਕੋਲ ਗਲਤੀ ਦੇ ਨਾਲ ਉੱਥੇ ਲਿਖ ਹੋ ਗਿਆ, ਲੇਕਿਨ ਮੈਂ ਇੱਥੇ ਵੀ ਲਿਖਿਆ ਸੀ ਸਾਮ 32 ਇੱਥੇ ਆਉਂਦਾ। ਤਾਨਾ ਉਹ ਇਨਸਾਨ ਜਿਸ ਤੇ ਪਾਪ ਮਾਫ ਹੋ ਚੁੱਕਿਆ, ਜਿਸ ਦਾ ਪਾਪ ਟਕਿਆ ਜਾ ਚੁੱਕਾ, ਔਰ ਪ੍ਰਭੂ ਜਿਸ ਦੇ ਉੱਤੇ ਉਹ ਪਾਪ ਨਹੀਂ ਲਾਉਂਦਾ। ਸੋ ਦਾਊਦ ਨੇ ਇਹ ਸੋਚ ਲਿਆ ਕਿ ਪ੍ਰਭੂ ਨੇ ਉਸਨੂੰ ਜਿਹੜੀ ਸਜ਼ਾ ਦੇਣੀ ਸੀ ਉਹ ਦੇ ਦਿੱਤੀ। ਪ੍ਰਭੂ ਨੇ ਜਿਹੜੀ ਇਹ ਸਜ਼ਾ ਦਿੱਤੀ ਹੈ ਵੈਸ਼ੀਬਾ ਨੂੰ ਦਿੱਤੀ ਹੈ। ਜਿਹੜਾ ਪੁੱਤਰ ਮਰਿਆ ਨਾ ਉਸਦਾ, ਇਹ ਸਜ਼ਾ ਵੈਸ਼ੀਬਾ ਦੀ ਸੀ। ਦਾਊਦ ਨੇ ਜਿਹੜੀ ਆਪਣੇ ਆਪ ਨੂੰ ਸਜ਼ਾ ਦਿੱਤੀ ਆ ਉਹ ਹਾਲੇ ਆਉਣੀ ਆ। ਪ੍ਰਭੂ ਦੀ ਇੰਨੀ ਸਜ਼ਾ ਸੀ ਔਰ ਇਹ ਸਜ਼ਾ ਬਤਸ਼ੀਬਾ ਦੀ ਸੀ। ਉਸਦਾ ਪਹਿਲਾ ਬੱਚਾ, ਪਹਿਲੀ ਸੰਤਾਨ ਮਰ ਗਈ। ਪ੍ਰਭੂ ਨੇ ਉਸਨੂੰ ਤਸੱਲੀ ਦਿੱਤੀ, ਦਾਊਦ ਨੇ ਉਸਨੂੰ ਤਸੱਲੀ ਦਿੱਤੀ, ਪ੍ਰਭੂ ਨੇ ਉਸਨੂੰ ਤਸੱਲੀ ਦਿੱਤੀ। ਪ੍ਰਭੂ ਨੇ ਉਸਦੇ ਉੱਤੇ ਕਿਰਪਾ ਕੀਤੀ ਔਰ ਪ੍ਰਭੂ ਨੇ ਉਸਨੂੰ ਸੰਤਾਨ ਦਿੱਤੀ। ਪ੍ਰਭੂ ਨੇ ਉਸਨੂੰ ਸੰਤਾਨ ਦਿੱਤੀ। ਪ੍ਰਭੂ ਯਰਾਇਆ ਨੂੰ ਭੁੱਲਿਆ ਨਹੀਂ। ਦੇਖਣਾ ਮੰਗਦੇ ਮੇਰੇ ਨਾਲ ਮੱਤੀ ਦਾ ਪਹਿਲਾ ਭਾਵ ਆ ਜਾਓ। ਮੱਤੀ ਦਾ ਪਹਿਲਾ ਭਾਵ। दो पेज है फर्स्ट से। कोई जाना इस दियां पहलियां 6 आयतां पढ़ दे। ਪ੍ਰਭੂ ਯਿਸੂ ਦੇ ਵੰਸ਼ ਦਾ ਲੇਖਾ। ਯਿਸੂ ਮਸੀਹ ਦੇ ਵੰਸ਼ ਦਾ ਲੇਖਾ ਇਸ ਤਰ੍ਹਾਂ ਹੈ। ਉਹ ਦਾਊਦ ਦੇ ਵੰਸ਼ ਵਿੱਚੋਂ ਸਨ ਜੋ ਅਬਰਾਹਮ ਦੇ ਵੰਸ਼ ਵਿੱਚੋਂ ਸੀ। ਅਬਰਾਹਮ ਇਸਹਾਕ ਦਾ ਪਿਤਾ ਸੀ, ਇਸਹਾਕ ਯਾਕੂਬ ਦਾ, ਅਤੇ ਯਾਕੂਬ ਯਹੂਦਾ ਅਤੇ ਉਸਦੇ ਭਰਾਵਾਂ ਦਾ ਪਿਤਾ ਸੀ। ਯਹੂਦਾ ਫਿਰਸ਼ ਅਤੇ ਜ਼ਰਾ ਦਾ ਪਿਤਾ ਸੀ, ਜਿਨ੍ਹਾਂ ਦੀ ਮਾਂ ਤਾਮਾਰ ਸੀ। ਫਿਰਸ਼ ਹਸਰੋਨ ਦਾ ਅਤੇ ਹਸਰੋਨ ਰਾਮ ਦਾ ਪਿਤਾ ਸੀ। ਰਾਮ ਅਮੀਨਾਦਾਬ ਅਤੇ ਅਮੀਨਾਦਾਬ ਨਹਿਸੋਨ ਦਾ, ਨਹਿਸੋਨ ਸਲਮੋਨ ਦਾ ਪਿਤਾ ਸੀ। ਸਲਮੋਨ ਬੋਅਜ਼ ਦਾ ਪਿਤਾ ਸੀ, ਬੋਅਜ਼ ਦੀ ਮਾਂ ਰਾਹਾਬ ਸੀ। ਬੋਅਜ਼ ਓਬੇਦ ਦਾ ਪਿਤਾ ਸੀ, ਓਬੇਦ ਦੀ ਮਾਂ ਰੂਤ ਸੀ। ਅਤੇ ਓਬੇਦ ਜੱਸੇ ਦਾ ਪਿਤਾ ਸੀ, ਅਤੇ ਜੱਸੇ ਰਾਜਾ ਦਾਊਦ ਦਾ ਪਿਤਾ ਸੀ। नहीं पढ़ दो पूरी 6 आयत। ਅੱਛਾ ਹਾਂਜੀ go ahead। ਦਾਊਦ ਸੁਲੇਮਾਨ ਦਾ ਪਿਤਾ ਸੀ। ਸੁਲੇਮਾਨ ਦੀ ਮਾਂ ਪਹਿਲਾਂ ਉਰੀਆ ਦੀ ਪਤਨੀ ਸੀ। ਪ੍ਰਭੂ ਨੇ ਆਪਣੀ ਵੰਸ਼ਾਵਲੀ ਦੇ ਵਿੱਚ ਯਰਾਇਆ ਦਾ ਨਾਮ ਲਿਖਾਇਆ ਔਰ ਇੱਕ ਬਹੁਤ ਵੱਡੀ ਚੀਜ਼ ਹੈ, ਯਰਾਇਆ ਨੂੰ ਬਹੁਤ ਵੱਡੀ ਪ੍ਰਭੂ ਨੇ ਬਰਕਤ ਦਿੱਤੀ। ਪਹਿਲੀ ਬਰਕਤ ਉਸਨੂੰ ਇਹ ਮਿਲੀ ਹੈ ਕਿ ਪ੍ਰਭੂ ਨੇ ਉਸਦਾ ਦਿਲ ਨਹੀਂ ਟੁੱਟਣ ਦਿੱਤਾ, ਉਸਨੂੰ ਤਿਲ ਤਿਲ ਮਰਨ ਨਹੀਂ ਦਿੱਤਾ। ਦੂਸਰਾ, ਪ੍ਰਭੂ ਨੇ ਉਸਨੂੰ ਬਰਕਤ ਇਹ ਦਿੱਤੀ ਕਿ ਆਪਣੀ ਵੰਸ਼ਾਵਲੀ ਦੇ ਵਿੱਚ ਉਸਨੇ ਯਰਾਇਆ ਦਾ ਨਾਮ ਲਿਖਾਇਆ। ਪ੍ਰਭੂ ਬਹੁਤ ਪਿਆਰ ਕਰਨ ਵਾਲਾ ਪ੍ਰਭੂ ਹੈ ਸਾਡਾ, ਸੱਚਾ ਨਿਆਈ ਆ। ਇਹ ਬਾਈਬਲ ਸਾਰੀ ਸੰਗੀਤਾਂ ਦੇ ਵਿੱਚ ਜਾਂ ਇੱਕ ਪਾਠ ਦੀ ਤਰ੍ਹਾਂ ਸਾਨੂੰ ਨਹੀਂ ਦਿੱਤੀ ਗਈ। ਇਸ ਦੇ ਵਿੱਚ ਜੀਵਨ ਦੀਆਂ ਕਹਾਣੀਆਂ ਔਰ ਪ੍ਰਭੂ ਦਾ ਇਨਸਾਨ ਦੇ ਨਾਲ ਕਿੱਦਾਂ ਚੱਲਿਆ ਉਹ ਸਾਨੂੰ ਸਾਰਾ ਕੁਝ ਪ੍ਰਭੂ ਦੇ ਵਚਨ ਦੇ ਵਿੱਚ ਦਿਖਾਇਆ ਗਿਆ। ਔਰ ਇਹ ਜਿਹੜੀ ਚੀਜ਼ ਆ, ਜਿਸ ਤਰ੍ਹਾਂ ਮੈਂ ਇੱਕ ਬੰਦਾ ਮੇਰੇ ਨਾਲ ਬਹਿਸ ਲਾ ਪਿਆ ਕਰਨ, ਕਹਿੰਦਾ ਬਾਈਬਲ ਕਹਿੰਦਾ ਕੀ ਹੈ, ਕਹਾਣੀਆਂ ਜਿਹੀਆਂ। ਅੱਛਾ,
ਮੈਂ ਕਿਹਾ ਠੀਕ ਆ। ਮੈਂ ਕਿਹਾ ਮੈਨੂੰ ਆਪਣੇ ਬਾਰੇ ਦੱਸ ਭਾਈ। ਉਹ ਲੱਭਿਆ ਜੀ, ਮੈਂ ਫਿਰ ਕੈਨੇਡਾ ਆਇਆ, ਮੈਂ ਫਿਰ ਆਹ ਕੀਤਾ। ਮੈਂ ਕਿਹਾ ਮੈਨੂੰ ਕਹਾਣੀ ਨਾ ਸੁਣਾ, ਆਪਣੇ ਬਾਰੇ ਦੱਸ। ਲੈ ਕਹਿੰਦਾ ਜੇ ਮੈਂ ਕਹਾਣੀ ਨਾ ਦੱਸੂਗਾ ਤਾਂ ਫਿਰ ਮੈਂ ਆਪਣੇ ਬਾਰੇ ਕਿੱਦਾਂ ਦੱਸ ਸਕਦਾ। ਮੈਂ ਕਿਹਾ ਇਸੇ ਕਰਕੇ ਜਿਹੜੀ ਬਾਈਬਲ ਸਾਨੂੰ ਕਹਾਣੀ ਦੇ ਰੂਪ ਚ ਦਿੱਤੀ ਹੈ, ਜੀਵਨੀਆਂ ਦੇ ਰੂਪ ਚ ਦਿੱਤੀ ਹੈ, ਕਿ ਪ੍ਰਭੂ ਇਨਸਾਨ ਦੇ ਨਾਲ ਕਿੱਦਾਂ ਚੱਲਦਾ, ਕਿੱਦਾਂ ਉਹ ਸਾਨੂੰ ਸੰਭਾਲਦਾ, ਕਿੱਦਾਂ ਉਹ ਸਾਨੂੰ ਅੱਗੇ ਲੈ ਕੇ ਜਾਂਦਾ। ਸੋ ਪ੍ਰਭੂ ਨੇ ਆਪਣਾ ਮੂੰਹ ਦਾਊਦ ਦੇ ਵੱਲ ਮੋੜ ਲਿਆ। ਔਰ ਬਾਕੀ ਦਾ ਹਿੱਸਾ ਅਸੀਂ ਹੁਣ ਕੱਲ ਨੂੰ ਪੜਾਂਗੇ। ਕੱਲ ਨੂੰ ਦੇਖਾਂਗੇ ਕਿ ਹੁਣ ਪ੍ਰਭੂ ਨੇ ਜਿਹੜੀਆਂ ਆਪਣਾ ਰਹਿਮ ਉਹਦੇ ਉੱਤੇ ਕਰ ਦਿੱਤਾ, ਲੇਕਿਨ ਦਾਊਦ ਨੇ ਜਿਹੜੀ ਆਪਣੇ ਆਪ ਨੂੰ ਸਜ਼ਾ ਦਿੱਤੀ ਆ, ਉਸ ਦੇ ਵਿੱਚ ਵੀ ਪ੍ਰਭੂ ਨੇ ਕਿਰਪਾ ਕਰ ਦੇਣੀ, ਉਹਦੇ ਤੇ ਰਹਿਮ ਕਰ ਦੇਣੀ। ਔਰ ਅਸੀਂ ਦੇਖਾਂਗੇ ਕਿ ਹੁਣ ਪ੍ਰਭੂ ਨੇ ਜਿਹੜੀ ਦਾਊਦ ਨੇ ਆਪਣੇ ਆਪ ਨੂੰ ਸਜ਼ਾ ਦਿੱਤੀ ਆ, ਪ੍ਰਭੂ ਨੇ ਉਹਦੇ ਵਿੱਚ ਉਸ ਦੀ ਕਿਰਪਾ ਕੀਤਾ, ਆਪਣੀ ਕਿਰਪਾ ਕਿੱਦਾਂ ਦਿਖਾਉਣੀ। Let us pray. ਆਓ ਪ੍ਰਭੂ ਜੀ, ਮੈਂ ਤੇਰਾ ਬਹੁਤ ਸ਼ੁਕਰ ਕਰਦਾ ਅੱਜ ਦੇ ਇਸ ਦਿਨ ਦੇ ਲਈ, ਤੇਰੀ ਮਹਾਨ ਬਰਕਤ ਦੇ ਲਈ। ਮੇਰੇ ਪਿਆਰੇ ਪ੍ਰਭੂ, ਜਦ ਵੀ ਅਸੀਂ ਪਾਪ ਕਰਦੇ ਹਾਂ ਖੁਦਾਵੰਦ, ਆਪਣੀ ਆਤਮਾ ਨੂੰ ਇੱਕ ਐਸਾ ਜ਼ਖਮ ਲਾਉਂਦੇ ਹਾਂ ਜੋ ਤੇਰੇ ਤੋਂ ਸਿਵਾਏ ਪ੍ਰਭੂ ਜੀ ਕੋਈ ਭਰ ਨਹੀਂ ਸਕਦਾ। ਪਰ ਅਗਰ ਅਸੀਂ ਉਹਨੂੰ ਹਨੇਰੇ 'ਚ ਰੱਖਦੇ ਹਾਂ, ਤੈਨੂੰ ਦਿਖਾਉਂਦੇ ਨੇ, ਤੇਰੇ ਸਾਹਮਣੇ ਲੈ ਕੇ ਨਹੀਂ ਆਉਂਦੇ, ਤਾਂ ਪ੍ਰਭੂ ਜੀ ਉਹ ਹਮੇਸ਼ਾ ਰਿਸਦਾ ਰਹਿੰਦਾ, ਜੋ ਸਾਡੇ ਲਈ ਵੀ ਔਰ ਸਾਡਿਆਂ ਦੇ ਲਈ ਵੀ ਪ੍ਰਭੂ ਜੀ ਉਹ ਦੁੱਖ ਦਾ ਕਾਰਨ ਬਣਦਾ। ਪਿਆਰੇ ਪ੍ਰਭੂ, ਸਾਨੂੰ ਇਸੇ ਤਰ੍ਹਾਂ ਸੱਚਾਈ ਔਰ ਸਫਾਈ ਦੇ ਨਾਲ ਆਪਣੇ ਕੋਲ ਆਉਣ ਦੇ, ਸਾਨੂੰ ਨਮਰ ਕਰ ਪ੍ਰਭੂ ਜੀ। ਸਾਨੂੰ ਸਾਡੇ ਅੰਦਰ ਪ੍ਰਭੂ ਜੀ ਆਪਣੀ ਭੁੱਖ ਪਾ, ਸਾਨੂੰ ਆਪਣੀ ਨਜ਼ਦੀਕੀ ਦੇ ਵਿੱਚ ਲੈ ਕੇ ਆ, ਸਾਨੂੰ ਆਪਣੀ ਨਜ਼ਦੀਕੀ ਦੇ ਵਿੱਚ ਬੈਠਣਾ ਸਿਖਾ। ਸਾਡੇ ਕੰਨਾਂ ਨੂੰ ਖੋਲ ਕੇ ਤੇਰੀ ਆਵਾਜ਼ ਸੁਣੀਏ, ਸਾਡੀਆਂ ਅੱਖਾਂ ਨੂੰ ਖੋਲ ਕੇ ਪ੍ਰਭੂ ਜੀ ਤੇਰੀ ਹਜ਼ੂਰੀ ਨੂੰ ਦੇਖੀਏ, ਸਾਡੀ ਆਤਮਾ ਨੂੰ ਜਗਾ ਕੇ ਅਸੀਂ ਤੈਨੂੰ ਮਹਿਸੂਸ ਕਰਨਾ ਸਿੱਖੀਏ। ਹੁਣ ਤੋਂ ਲੈ ਕੇ ਜਦ ਤੱਕ ਅਸੀਂ ਪ੍ਰਭੂ ਜੀ ਦੁਆਰਾ ਮਿਲਾਂ, ਤੇਰੀ ਸੰਭਾਲ, ਤੇਰਾ ਪਿਆਰ, ਤੇਰੀ ਰਾਖੀ ਸਾਡੇ ਸਭ ਦੇ ਨਾਲ ਬਣੀ ਰਹੇ। ਆਪਣੇ ਭਰਾ ਜਗਤਾਰ, ਉਸਦੇ ਖਾਨਦਾਨ ਨੂੰ ਪ੍ਰਭੂ ਜੀ ਇੱਕ ਵਾਰ ਫਿਰ ਤੇਰੀ ਹਜ਼ੂਰੀ 'ਚ ਲੈ ਕੇ ਆਉਨੇ ਆ। ਖੁਦਾਵੰਦ, ਤੂੰ ਜਾਣਦਾ ਰਸਤਾ ਭਾਰ ਆਇਆ, ਪਰ ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਬੇਸ਼ੱਕ ਪ੍ਰਭੂ ਜੀ ਮਾਨਵ ਗੁਨਾਹ ਦੇ ਰਸਤੇ ਦੇ ਉੱਤੇ, ਪਰ ਮਾਫੀ ਤੇਰੇ ਕੋਲ। ਉਸਦੇ ਦਿਲ ਨੂੰ ਤੋੜ, ਉਸਦੇ ਦਿਲ ਨੂੰ ਤੋੜ ਕੇ ਉਹ ਤੇਰੇ ਕੋਲ ਆਏ। ਨਮਰ ਕਰ ਪ੍ਰਭੂ ਜੀ ਤੂੰ ਉਸਨੂੰ, ਉਸਦੀ ਸੰਭਾਲ ਕਰ। ਬੇਟੀਆਂ ਦੇ ਨਾਲ ਵੀ ਬਣਿਆ ਰਿਹਾ, ਭੈਣ ਭਰਾ, ਮੇਰੇ ਭਰਾ ਦੇ ਨਾਲ, ਮੇਰੀ ਭੈਣ ਦੇ ਨਾਲ ਵੀ ਬਣਿਆ ਰਿਹਾ। ਤੇਰੀ ਰਾਖੀ, ਤੇਰੀ ਹਜ਼ੂਰੀ, ਤੇਰਾ ਪਿਆਰ ਸਾਡੇ ਸਭ ਦੇ ਨਾਲ ਬਣਿਆ ਰਹੇ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਹਾਂ, ਸਾਰੇ ਭੈਣ ਭਰਾ ਦੇ ਨਾਲ। ਬਲੈਸ ਯੂ। ਟਿਊਜ਼ਡੇ ਮਿਲਾਂਗੇ। ਟਿਊਜ਼ਡੇ ਹੁਣ ਆਪਾਂ ਇਸ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਅਸੀਂ ਸਾਰੀ ਜੋ ਦਾਊਦ ਨੂੰ ਹੁਣ ਦੌੜਨਾ ਪੈਣਾ, ਉਹ ਸਭ ਕੁਝ ਦੇਖਾਂਗੇ। ਫਿਰ ਉਸ ਤੋਂ ਬਾਅਦ ਪ੍ਰਭੂ ਦਾਊਦ ਨੂੰ ਕਿੱਦਾਂ ਮੁੜ ਕੇ ਉਸ ਦੀ ਸਥਾਪਨਾ ਕਰਦਾ, ਔਰ ਬਹੁਤ ਸਾਰੇ ਜ਼ਬੂਰ ਜਿਹੜੇ ਹੁਣ ਦਾਊਦ ਦੇ ਇੱਥੋਂ ਆਏ, ਅਗਲੇ ਹਿੱਸਿਆਂ ਦੇ ਵਿੱਚ ਆਏ, ਸੋ ਉਹਨਾਂ ਨੂੰ ਦੇਖਾਂਗੇ ਕਿ ਜ਼ਬੂਰਾਂ ਦਾ ਬਿਲਕੁਲ ਰੁਝਾਨ ਹੀ ਬਦਲ ਜਾਣਾ, ਬਿਲਕੁਲ ਅਲੱਗ ਕਿਸਮ ਦੇ ਔਰ ਸੱਚਮੁੱਚ ਪ੍ਰਭੂ ਦੀ ਹਜ਼ੂਰੀ ਦੇ ਨਾਲ ਹੁਣ ਭਰੇ ਹੋਏ ਜ਼ਬੂਰ ਹੋਣੇ, ਜਿਨ੍ਹਾਂ ਨੂੰ ਅਸੀਂ ਪੜਾਂਗੇ। ਬਲੈਸ ਯੂ ਆਲ। ਖੁਦਾਵੰਦ ਤੁਹਾਨੂੰ ਬਰਕਤ ਹੈ ਔਰ ਤੁਹਾਡੇ ਨਾਲ ਬਣੇ ਰਹੇ। ਥੈਂਕ ਯੂ ਪਾਸਟਰ ਜੀ। ਬਲੈਸ ਯੂ।